ਹਰ ਜਨ ਕੈ ਹਉ ਬਲ ਜਾਈ, ਹਰ ਜਨ ਕੈ ਹਉ ਬਲ ਜਾਈ। ਮੇਰੇ ਰਾਮ ਮੇਰੇ ਰਾਮ ਮੇਰੇ ਰਾਮ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾਹੇ ਸੁਆਓ, ਜਨ ਕੇ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਗੁਰੂ ਚਰਨਾਂ ਵਿੱਚ ਜੁੜ ਬੈਠੀ ਗੁਰੂ ਕੀ ਸਾਜੀ ਨਵਾਜੀ ਸਨਮਾਨਯੋਗ ਸਾਧ ਸੰਗਤ, ਅੱਜ ਆਪਾਂ ਸਾਰੇ ਬਹੁਤ ਹੀ ਸਤਿਕਾਰਯੋਗ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਮਹਾਨ ਸਿੱਖ ਬ੍ਰਹਮ ਗਿਆਨੀ ਭਾਈ ਲਾਲੋ ਜੀ, ਇਹਨਾਂ ਦਾ ਪ੍ਰਕਾਸ਼ ਪੁਰਬ ਕਹਿ ਲਈਏ, ਜਨਮ ਦਿਹਾੜਾ ਕਹਿ ਲਈਏ, ਉਹ ਮਨਾਉਣ ਵਾਸਤੇ ਸਾਰੇ ਇਕੱਠੇ ਹੋਏ ਆ। ਅਤੇ ਮੈਨੂੰ ਹੁਕਮ ਹੋਇਆ ਹੈ ਕਿ ਥੋੜ੍ਹਾ ਜਿਹਾ ਉਹਨਾਂ ਦੇ ਜੀਵਨ ਦਾ ਕੋਈ ਪੱਖ ਲੈ ਕੇ, ਕਿ ਉਹਨਾਂ 'ਚ ਕੀ ਵਿਸ਼ੇਸ਼ਤਾ ਸੀ, ਕਿਉਂ ਕਰਕੇ ਉਹਨਾਂ ਦੇ ਘਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਗਏ। ਵਿਚਾਰਾਂ ਬੜੀਆਂ ਲੰਬੀਆਂ ਨੇ, ਪਰ ਆਪਾਂ ਥੋੜ੍ਹਾ ਹੀ ਸਮਾਂ ਲੈਣਾ, ਕਿਉਂਕਿ ਫਿਰ ਵਿਸ਼ੇਸ਼ ਸਨਮਾਨ ਕਰਨਾ ਹੈ ਆਪਾਂ ਸੰਗਤਾਂ ਦਾ। ਬਾਹਰੋਂ ਸੱਜਣ ਆਏ ਨੇ, ਜਦੋਂ ਮੈਨੂੰ ਕਹਿਣਗੇ ਮੈਂ ਉਦੋਂ ਸਮਾਪਤੀ ਕਰ ਦੇਣੀ ਹੈ। ਗੁਰਬਾਣੀ ਵਿੱਚ ਬੜਾ ਕੁਝ ਲਿਖਿਆ, ਇਤਿਹਾਸ ਵਿੱਚ ਬੜਾ ਕੁਝ ਲਿਖਿਆ ਹੈ। ਬ੍ਰਹਮ ਗਿਆਨੀ ਦੀ ਬਾਬਤ ਐਸੇ ਪੁਰਖਾਂ ਦੇ ਲੱਛਣ ਲਿਖੇ ਨੇ, ਉਹਨਾਂ ਦੇ ਜੀਵਨ ਦੇ ਗੁਣ ਲਿਖੇ ਨੇ। ਬਹੁਤ ਕੁਝ ਪੜ੍ਹਨ ਵਾਸਤੇ ਸੁਣਨ ਵਾਸਤੇ ਮੌਜੂਦ ਹੈ, ਪਰ ਮੈਂ ਬੇਨਤੀ ਕੀਤੀ ਵੀ ਆਪਾਂ ਥੋੜ੍ਹਾ ਜਿਹਾ ਵਿਚਾਰ ਕਰਕੇ ਸਮਾਪਤੀ ਕਰ ਦੇਣੀ ਆ। ਇੱਕ ਵਾਰੀ ਸਾਰੀਆਂ ਸੰਗਤਾਂ, ਸਭ ਗੁਰਮੁਖ ਭਾਈ ਭਾਈ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ, ਭਾਈ ਲਾਲੋ ਦੇ ਚਰਨਾਂ ਵਿੱਚ ਨਮਸਕਾਰ ਕਰਦਿਆਂ ਹੋਇਆਂ ਇੱਕ ਵਾਰੀ ਆਖਣਾ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਨ 1452 ਈਸਵੀ ਵਿੱਚ ਜਨਮ ਦੀ ਗੱਲ ਕਰਦਾ। 1452 ਈਸਵੀ, ਏਮਨਾਬਾਦ, ਜਿਹਨੂੰ ਪਹਿਲਾਂ ਸੈਦਪੁਰ ਕਿਹਾ ਜਾਂਦਾ ਸੀ, ਗੁਜਰਾਂਵਾਲਾ ਜ਼ਿਲ੍ਹੇ ਦੇ ਵਿੱਚ, ਜਿਹੜੀਆਂ ਸੰਗਤਾਂ ਪਹਿਲਾਂ ਪਾਕਿਸਤਾਨ ਤੋਂ ਆਈਆਂ ਨੇ ਉਹਨਾਂ ਥਾਂ ਵੇਖਿਆ, ਹੁਣ ਵੀ ਜਾ ਕੇ ਵੇਖਦੇ ਨੇ। ਭਾਈ ਜਗਤ ਰਾਮ ਜੀ ਮਾਤਾ ਖੇਮੋਂ ਦੇ ਗ੍ਰਹਿ ਵਿਖੇ ਭਾਈ ਲਾਲੋ ਜੀ ਦਾ ਜਨਮ ਹੋਇਆ। ਅਤੇ ਮੈਂ ਪੜ੍ਹ ਰਿਹਾ ਸਾਂ ਰਾਤੀ ਵੀ ਨਾਮ ਰੱਖਿਆ ਲਾਲੋ। ਲਾਲੋ ਕਿਉਂ ਰੱਖਿਆ? ਵੀ ਲਾਲ ਆਇਆ ਸਾਡੇ ਘਰ। ਜਿਵੇਂ ਆਪਾਂ ਲਾੜ ਨਾਲ ਸਾਰੇ ਰਿਸ਼ਤੀਆਂ ਆਪਾਂ ਬੱਚਿਆਂ ਵਾਲੇ ਲਾਲ ਕਹਿ ਦਿੰਦੇ ਨਾ, ਵੀ ਇਹ ਕੀਮਤੀ ਲਾਲ ਆਇਆ, ਬੇਸ਼ੱਕ ਕੀਮਤੀ ਲਾਲ ਆਇਆ, ਲਾਲੋ ਰੱਖਿਆ ਨਾਮ। ਜਦੋਂ 5-7 ਸਾਲ ਦੇ ਹੋਏ ਅਤੇ ਸਾਧ ਸੰਗਤ, ਉਦੋਂ ਅੱਜ ਵਾਂਗੂ ਮੈਂ ਸਵੇਰੇ ਬੇਨਤੀ ਕੀਤੀ ਸੀ, ਕਾਲਜ, ਸਕੂਲ, ਯੂਨੀਵਰਸਿਟੀਆਂ ਨਹੀਂ ਸਨ, ਮਦਰਸੇ, ਮੌਲਵੀ ਹੁੰਦੇ ਸਨ ਜਾਂ ਪਾਂਧੇ ਪੰਡਤ ਹੁੰਦੇ ਸਨ ਪੜ੍ਹਾਉਣ ਵਾਸਤੇ, ਉੱਥੇ ਪੜ੍ਹਨੇ ਪਾਇਆ ਗਿਆ। ਥੋੜ੍ਹੇ ਜਿਹੇ ਸਮੇਂ ਦੇ ਵਿੱਚ ਭਾਈ ਲਾਲੋ ਜੀ ਨੇ ਜਿੰਨੀ ਕੁ ਵਿੱਦਿਆ ਉਦੋਂ ਪੜ੍ਹੀ ਜਾਂਦੀ ਸੀ ਜਾਂ ਪੜ੍ਹਾਈ ਜਾਂਦੀ ਸੀ ਉਹ ਪੜ੍ਹ ਲਈ, ਅਤੇ ਫਿਰ ਆਪਣੇ ਸਤਿਕਾਰਯੋਗ ਪਿਤਾ ਜੀ ਭਾਈ ਜਗਤ ਰਾਮ ਦੇ ਨਾਲ, ਜੋ ਉਹਨਾਂ ਦਾ ਕਿਰਤੀ ਕੰਮ ਸੀ, ਲੱਕੜ ਦਾ ਕੰਮ ਕਰਦੇ ਸੀ। ਹੁਣੇ ਮੇਰੇ ਮਾਤਾ ਜੀ ਦੱਸ ਰਹੇ ਸਨ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਤਾਂ ਉਹਨਾਂ ਆਖਿਆ ਕੀ ਕਰਦਾ ਹੈ, ਅਤੇ ਕਿੱਲੇ ਕੱਢਦਾ ਹੈ, ਅਤੇ ਜਿਹੜੀ ਕਿਰਤ ਮਾਲਕ ਨੇ ਦਿੱਤੀ ਉਹ ਕਰਨੀ। ਅਤੇ ਮੈਂ ਅੱਜ ਹੀ ਸਵੇਰੇ ਭਾਈ ਕਾਨ੍ਹ ਸਿੰਘ ਨਾਭਾ ਜੀ ਨੂੰ ਪੜ੍ਹ ਰਿਹਾ ਸਾਂ, ਧਿਆਨ ਦਿਓ ਸਾਰੀਆਂ ਸੰਗਤਾਂ। ਉਹ ਕਹਿੰਦੇ ਵੀ ਸੰਤ ਕੋਈ ਚੋਲੇ ਵਾਲਾ ਨਹੀਂ ਹੁੰਦਾ, ਬ੍ਰਹਮ ਗਿਆਨੀ ਦੇ ਕਿਤੇ ਮੱਥੇ 'ਤੇ ਲਿਖਿਆ ਨਹੀਂ ਹੁੰਦਾ। ਉਹਨਾਂ ਬੜਾ ਸੁੰਦਰ ਲਿਖਿਆ, ਜਦੋਂ ਸੰਤ ਦੇ ਲੱਛਣ ਲਿਖੇ ਨਾ ਉਹਨਾਂ ਨੇ, ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਗੁਰਮਤਿ ਮਾਰਤੰਡ ਭਾਗ ਪਹਿਲਾ ਦੇ ਵਿੱਚ 196 ਸਫ਼ੇ 'ਤੇ ਉਹ ਕਹਿੰਦੇ, ਬ੍ਰਹਮ ਗਿਆਨੀ ਹਲ ਵਾਹੁਣ ਵਾਲਾ ਜ਼ਿਮੀਂਦਾਰ, ਕਿਰਤ ਕਰਨ ਵਾਲਾ ਕਿਰਤੀ,
ਦੁਕਾਨਦਾਰ, ਕੋਈ ਨੌਕਰੀ ਕਰਨ ਵਾਲਾ, ਕੋਈ ਵੀ ਹੋ ਸਕਦਾ ਹੈ। ਤੇ ਉਹਦੇ 6 ਲੱਛਣ ਲਿਖੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ। ਜਦੋਂ ਆਪਾਂ ਸਹਿਜ ਕੀਤੀ ਤੁਸੀਂ ਪੜ੍ਹਦੇ ਹੋ ਨਾ ਬਾਣੀ, ਬਹੁਤ ਸਾਰੀਆਂ ਸੰਗਤਾਂ ਸਹਿਜ ਪਾਠ ਕਰਦੀਆਂ ਨੇ, ਗੁਰਬਾਣੀ ਪੜ੍ਹਦੀਆਂ ਨੇ, ਉਹ ਮੈਂ ਤੁਹਾਨੂੰ ਸੁਣਾਉਣਾ। ਉਹ ਕਹਿੰਦੇ ਮੰਤਰ ਰਾਮ ਨਾਮ ਧਿਆਨ ਸਰਬੱਤਰ ਪੂਰਨ ਹੈ। ਇਹ ਸਹਿਜ ਕ੍ਰਿਤੀ ਦੇ 1357 ਅੰਗ ਤੇ ਮਹਾਰਾਜ ਦੇ ਵਚਨ ਨੇ। ਇਹਦੇ ਨਾਲ ਆਪਾਂ ਭਾਈ ਲਾਲੋ ਜੀ ਦੇ ਜੀਵਨ ਦੀ ਤੁਲਨਾ ਕਰਨੀ ਆ ਥੋੜੇ ਜਿਹੇ ਸਮੇਂ ਦੇ ਵਿੱਚ। ਮੰਤਰੰ ਰਾਮ ਨਾਮ ਧਿਆਨੰ ਸਰਬੱਤਰ ਪੂਰਨ ਹੈ। ਗਿਆਨੰ ਸੁਖ ਸਮ ਸੁਖੰ ਦੁਖੰ ਜੁਗਤ ਨਿਰਮਲ ਨਿਰਵੈਰਣ ਹੈ। ਦਿਆਲੰ ਸਰਬੱਤਰ ਜੀਆ ਪੰਚ ਦੋਖ ਵਿਵਰਜਤੇ। ਭੋਜਨੰ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਤੇ। ਉਪਦੇਸ਼ੰ ਸਾਮਿਤਰ ਸਤਰੇ ਭਗਵੰਤ ਭਗਤ ਭਾਵਨੀ। ਪਰ ਨਿੰਦਾ ਨਹਿ ਸਰਵਣ ਸਰੋਤ ਸਰਵਣ ਆਪ ਤਿਆਗ ਸਗਲ ਰੇਣਕੇ। ਖਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਜਣੇ। ਇਹ 6 ਲੱਛਣ ਨੇ ਉਹਦੇ, ਬ੍ਰਹਮ ਗਿਆਨੀ ਦੇ, ਸੰਤ ਦੇ, ਪਿਆਰ ਵਾਲਿਆਂ ਦੇ। ਮੈਂ ਪਹਿਲਾਂ ਬੇਨਤੀ ਕੀਤੀ ਆ ਵੀ ਕੋਈ ਚੋਲੇ ਵਾਲਾ ਜ਼ਰੂਰੀ ਨਹੀਂ ਵੀ ਉਹੀ ਸੰਤ ਹੋਣਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਹੋਰ ਬੜੇ ਵਚਨ ਸਾਨੂੰ ਦੱਸੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ। ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਇਹ 6 ਲੱਛਣ ਜੀ ਦੇ ਵਿੱਚ ਹੋਣਗੇ, ਉਹ ਬ੍ਰਹਮ ਗਿਆਨੀ ਹੈ। ਤੇ ਅੱਜ ਆਪਾਂ ਭਾਈ ਸਾਹਿਬ ਨੂੰ ਯਾਦ ਕਰਦੇ ਹਾਂ, ਸਵੇਰੇ ਵੀ, ਕੱਲ੍ਹ ਵੀ, ਪਰਸੋਂ ਵੀ, ਜਦੋਂ ਅਖੰਡ ਪਾਠ ਸਾਹਿਬ ਦੀ ਅਰਦਾਸ ਹੋਈ, ਹੁਣ ਵੀ ਅਰਦਾਸ ਕਰਨੀ ਹੈ ਭਾਈ ਬ੍ਰਹਮ ਗਿਆਨੀ ਭਾਈ ਲਾਲੋ ਜੀ, ਗੁਰੂ ਨਾਨਕ ਸਾਹਿਬ ਦੇ ਅਨੰਦ ਸੇਵਕ, ਪਿਆਰ ਵਾਲੇ। ਤੇ ਮੈਂ ਬੇਨਤੀ ਕਰਨ ਲੱਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਕਿਉਂ ਜਾਣਾ ਕੀਤਾ, ਭਾਈ ਲਾਲੋ ਦੇ ਘਰ ਹੀ ਕਿਉਂ ਗਏ? ਹੋਰ ਵੀ ਬੜੇ ਸਨ, ਰਾਹ 'ਚ ਬੜੇ ਨਗਰ ਆਏ। ਏਮਨਾਬਾਦ ਦੇ ਵਿੱਚ ਵੀ ਬੜੇ ਬੜੇ ਨਗਰ ਹੈ, ਘਰ ਬੈਠੇ ਬੜੇ ਹਵੇਲੀਆਂ ਵਾਲੇ ਬੈਠੇ ਸੀ, ਉੱਥੇ ਕਿਉਂ ਨਹੀਂ ਗਏ? ਤੇ ਬਿਲਾਵਲ ਰਾਗ ਵਿੱਚ ਮਹਾਰਾਜ ਨੇ ਬੜਾ ਪਿਆਰਾ ਬਚਨ ਲਿਖਿਆ ਹੈ। ਮਹਾਰਾਜ ਕਹਿੰਦੇ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ। ਗ੍ਰਹਿ ਸਾਕਤ 36 ਪ੍ਰਕਾਰ ਤੇ ਵਿਖੂ ਸਮਾਨ। ਜਿਹੜਾ ਪਰਮਾਤਮਾ ਦੇ ਪਿਆਰ ਵਾਲਾ, ਜਿਹੜਾ ਭਾਈ ਲਾਲੋ ਵਰਗਾ ਹੈ ਨਾ, ਉਹਦੇ ਘਰ ਦਾ ਸੁੱਕਾ ਮਿੱਸਾ ਪ੍ਰਸ਼ਾਦਾ, ਜਿਵੇਂ ਹੁਣੇ ਮਾਤਾ ਜੀ ਕਹਿ ਰਹੇ ਸਨ, ਕੁਦਰਤ ਦੀ ਰੋਟੀ, ਕੁਛ ਵੀ ਹੋਵੇ ਤੇ ਸਾਧ ਸੰਗਤ ਉਹ ਭਾਈ ਲਾਲੋ ਜੀ ਦੇ ਘਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਦਸਾਂ ਨੌਆਂ ਦੀ ਕਿਰਤ ਦਾ ਪ੍ਰਸ਼ਾਦਾ ਛਕਿਆ। ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ। ਉਹ ਸਾਰੇ ਖਜ਼ਾਨੇ ਨੇ, ਉਹਦੇ ਵਿੱਚ ਸਾਰਾ ਰਸ ਹੈ, ਉਹਦੇ ਵਿੱਚ ਅੰਮ੍ਰਿਤ ਭਰਿਆ ਹੈ। ਤੇ ਮਾਫ ਕਰਨਾ, ਜਿਹੜਾ ਉਹ ਦੂਜਾ ਮਲਕ ਭਾਗੋ ਦਾ ਹੈ, ਉਹ ਗਰੀਬਾਂ ਦਾ ਚੂਸਿਆ ਹੋਇਆ ਖੂਨ ਹੈ, ਉਹ ਵਿਆਜ ਦੇ ਪੈਸਿਆਂ ਦਾ ਲੰਗਰ ਲਾਇਆ। ਮਾਫ ਕਰਨਾ, ਇੱਦਾਂ ਕਹਿ ਲਈਏ ਛੇਤੀ ਸਮਝ ਆ ਜਾਊਗੀ। ਮਲਕ ਭਾਗੋ ਨੇ ਲੋਕਾਂ ਨੂੰ ਜਿਹੜੇ ਪੈਸੇ ਦਿੰਦਾ ਸੀ ਨਾ, ਉਹ ਤੇ ਖੂੰਦਾ ਸੀ ਲੋਕਾਂ ਕੋਲ, ਖੁਸ ਖੁਸ ਲੈਂਦਾ ਵਸਤ ਪਰਾਈ। ਵੇਖੇ ਸੁਣੇ ਤੇਰੇ ਨਾਲ ਖੁਦਾਈ। ਦੁਨੀਆ ਲੱਭ ਪਿਆ ਖਾਤ ਅੰਦਰ, ਅਗਲੀ ਗੱਲ ਨਾ ਜਾਣੀਆਂ। ਉਹਦਾ ਲੰਗਰ ਲਾਇਆ ਸੀ ਤੇ ਉਹਦੇ ਤੇ ਨਿਮੰਤਰਣ ਦਿੱਤਾ ਗਿਆ, ਗੁਰੂ ਸਾਹਿਬ ਨੂੰ ਸੱਦਾ ਵੀ ਦਿੱਤਾ ਗਿਆ ਵੀ ਤੁਸੀਂ ਵੀ ਆਓ। ਹੋਰ ਲੋਕ ਵੀ ਬੜੇ ਆਏ ਨੇ, ਪਾਂਧੇ ਆਏ ਨੇ, ਪੰਡਤ ਆਏ ਨੇ, ਸਾਰੇ ਅਮੀਰ ਗਰੀਬ ਸਾਰੇ ਇਕੱਠੇ ਹੋਏ, ਤੁਸੀਂ ਵੀ ਆਓ। ਤੇ ਮਹਾਰਾਜ ਕਹਿੰਦੇ ਅਸੀਂ ਕੀ ਲੈਣ ਜਾਣਾ ਉੱਥੇ। ਮਾਫ ਕਰਨਾ, ਭਾਈ ਲਾਲੋ ਦੇ ਘਰ 26 ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨਿਵਾਸ ਕਰਦੇ ਨੇ ਤੇ ਰੋਜ਼ ਉੱਥੇ ਸਤਸੰਗ ਹੁੰਦਾ ਹੈ। ਤੇ ਜਦੋਂ ਮਰਦਾਨੇ ਨੇ ਆਖਿਆ ਮਹਾਰਾਜ ਆਪਾਂ ਕਿੱਥੇ ਆਏ ਹਾਂ, ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਆਪਾਂ ਭਗਤੀ ਦੇ ਘਰ ਆਏ ਹਾਂ। ਧਿਆਨ ਦਿਓ, ਵੇਖੋ ਪਿਆਰ ਕਿੰਨਾ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਆਪਾਂ ਭਗਤੀ ਦੇ ਘਰ ਆਏ ਹਾਂ। ਇਹ ਕਿਰਤੀਆਂ ਦਾ ਘਰ ਹੈ, ਇਹ ਦਸਾਂ ਨੌਆਂ ਦੀ ਕਿਰਤ ਕਰਨ ਵਾਲਾ ਗੁਰਸਿੱਖ ਹੈ। ਇਹ ਲੋਕਾਂ ਦੀ ਲੁੱਟ ਖਸੁੱਟ ਕਰਨ ਵਾਲਾ ਨਹੀਂ। ਮਾਫ ਕਰਨਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਹੀ ਬੈਠ ਕੇ ਜਦੋਂ ਪ੍ਰਸ਼ਾਦਾ ਤਿਆਰ ਹੋ ਗਿਆ, ਭਾਈ ਲਾਲੋ ਜੀ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਸ਼ਾਦਾ ਤਿਆਰ ਹੋ ਗਿਆ, ਆਓ ਚੌਂਕੇ 'ਚ ਬੈਠ ਕੇ ਖਾਓ। ਤੇ ਮਹਾਰਾਜ ਨੇ ਆਖਿਆ ਸਾਰੀ ਧਰਤੀ ਚੌਂਕਾ ਹੈ, ਸਾਰੇ ਥਾਂ ਪਵਿੱਤਰ ਨੇ, ਇੱਥੇ ਲੈ ਆਓ। ਤੇ ਭਾਈ ਲਾਲੋ ਜੀ ਉਹਨਾਂ ਦੇ ਘਰੋਂ ਬੀਬੀ ਜੀ ਤੇ ਬੀਬੀ ਉਹਨਾਂ ਦੇ ਬੱਚੀ ਸਾਧ ਸੰਗਤ ਰੱਜੀ, ਉਹ ਮਹਾਰਾਜ ਵਾਸਤੇ ਪ੍ਰਸ਼ਾਦਾ ਲੰਗਰ ਜੋ ਕੁਝ ਵੀ ਤਿਆਰ ਕੀਤਾ ਸੀ, ਮੈਂ ਬਹੁਤਾ ਵਿਸਥਾਰ ਵਿੱਚ ਨਾ ਜਾਵਾਂ। ਦਸਾਂ ਨੌਆਂ ਦੀ ਕਿਰਤ ਦਾ ਉਹ ਮਹਾਰਾਜ ਨੂੰ ਛਕਾਇਆ ਹੈ। ਤੇ ਸਤਿਗੁਰੂ ਜੀ ਛਕ ਕੇ ਬੜੇ ਪ੍ਰਸੰਨ ਹੋਏ। ਫਿਰ ਭਾਵੇਂ ਭਜਨ ਪੜ੍ਹ ਲਓ ਕਿ ਸੰਤਨ ਕਾ ਦਾਨਾ ਰੂਖਾ
ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ। ਉਹ ਜ਼ਹਿਰ ਦੇ ਸਮਾਨ ਹੈ ਤੇ ਉਹ ਅੰਮ੍ਰਿਤ ਸਮਾਨ ਹੈ। ਜਿਹੜਾ ਆਪਾਂ ਉਹ ਵੇਖਦੇ ਹਾਂ ਨਾ, ਮਹਾਰਾਜ ਨੇ ਹੱਥ ਵਿੱਚ ਲੈ ਕੇ ਪ੍ਰਸ਼ਾਦਾ ਤੇ ਇੱਕ ਪਾਸੇ ਮਾਲ ਪੂੜੇ ਉਹ ਜਦੋਂ ਦੱਬੇ ਨੇ, ਤੇ ਇੱਕ ਪਾਸੇ ਖੂਨ ਦੀ ਧਾਰਾ ਹੈ ਤੇ ਇੱਕ ਪਾਸੇ ਦੁੱਧ ਦੀ ਧਾਰਾ ਵਾਂਗ ਤੁਰੀ ਹੈ। ਉਹਦਾ ਵੀ ਇਹੋ ਭਾਵ ਹੈ। ਉਹ ਸਾਨੂੰ ਸਮਝਾਉਣ ਵਾਸਤੇ ਹੈ ਕਿ ਜਿਹੜੀ ਦਸਾਂ ਨਵਾਂ ਦੀ ਕਿਰਤ ਹੈ ਉਹ ਦੁੱਧ ਵਰਗੀ, ਅੰਮ੍ਰਿਤ ਵਰਗੀ ਹੈ, ਮਾਫ ਕਰਨਾ। ਜਿਹੜੀ ਲੁੱਟ ਖਸੁੱਟਦੀ ਹੈ, ਮਲਕ ਭਾਗੋ ਦੀ ਹੈ, ਉਹ ਲਹੂ ਵਰਗੀ ਹੈ। ਬਸ ਇਹੋ ਫਰਕ ਹੈ। ਮਾਰੇ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਜਿਹੜੀ ਭਾਗੋ ਦੀ ਹੈ ਨਾ, ਭਾਗੋ ਦਾ ਖਾਣਾ ਖੂਨ ਅਲੂਦਾ ਤੇ ਲਾਲੋ ਕੀ ਰੋਟੀ ਸਮ ਦੁੱਧਾ। ਇਹ ਲਾਲੋ ਦੀ ਜਿਹੜੀ ਰੋਟੀ ਹੈ ਉਹ ਦੁੱਧ ਵਰਗੀ, ਅੰਮ੍ਰਿਤ ਵਰਗੀ ਹੈ। ਜਿਹੜਾ ਮਲਕ ਭਾਗੋ ਦਾ 36 ਪ੍ਰਕਾਰ ਦਾ ਭੋਜਨ ਹੈ ਉਹ ਕਿਸੇ ਕੰਮ ਦਾ ਨਹੀਂ, ਉਹ ਖੂਨ ਦੇ ਬਰਾਬਰ ਹੈ। ਉਹ ਬਿਮਾਰੀਆਂ ਦਾ ਕਾਰਨ ਬਣ ਜਾਏਗਾ, ਮਾਫ ਕਰਨਾ। ਇਹ ਤੇ ਉਹ ਗੱਲ ਹੈ ਨਾ ਜਿਹੜੀ ਆਪਾਂ ਘਟਨਾ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵਿੱਚ, ਕਿ ਭਗਵਾਨ ਕ੍ਰਿਸ਼ਨ ਜੀ ਦਿੱਲੀ ਤੋਂ, ਸਾਸੰਗ ਮਥੁਰਾ ਤੋਂ ਦਿੱਲੀ ਆਏ ਨੇ। ਦੁਰਯੋਧਨ ਮਿਲਿਆ ਹੈ। ਮੈਂ ਕਈ ਵਾਰੀ ਬੇਨਤੀ ਕਰਦਾ, ਹੰਕਾਰੀ ਪੁਰਸ਼ ਅੱਜ ਵੀ ਬਥੇਰੇ ਨੇ, ਪਰ ਜਿੰਨਾ ਦੁਰਯੋਧਨ ਅਹੰਕਾਰੀ ਹੋਇਆ ਉਹਨਾਂ ਕੋਈ ਨਹੀਂ। ਸਾਧ ਸੰਗਤ ਜਦੋਂ ਆਏ ਤੇ ਦੁਰਯੋਧਨ ਘੋੜਿਆਂ ਦੇ, ਹਾਥੀਆਂ ਦੇ ਤਬੇਲੇ ਲਾ ਕੇ ਖੜਾ, ਉੱਥੇ ਸੇਵਾਦਾਰ ਟਹਿਲਕਾਰ ਸੇਵਾ ਕਰ ਰਹੇ ਨੇ। ਇਹਨੇ ਇਹ ਨਹੀਂ ਜਾਣਿਆ ਵੇਲੇ ਦਾ ਅਵਤਾਰ ਆਇਆ ਹੈ। ਆ ਧਿਆਨ ਦਿਓ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਭਾਈ ਲਾਲੋ ਦੇ ਘਰ ਗਏ ਨੇ, ਜਾ ਕੇ ਬੂਹਾ ਖੜਕਾਇਆ। ਹੁਣੇ ਮੇਰੇ ਮਾਤਾ ਜੀ ਨੇ ਦੱਸਿਆ, ਕਈ ਗੱਲਾਂ ਨਾ ਸੁਣ ਕੇ ਚੇਤੇ ਆ ਜਾਂਦੀਆਂ, ਮਾਫ ਕਰਨਾ। ਜਦੋਂ ਬੂਹਾ ਖੜਕਾਇਆ, ਭਾਈ ਲਾਲੋ ਜੀ ਨੇ ਬੂਹਾ ਖੋਲ੍ਹਿਆ ਬੜੇ ਪਿਆਰ ਦੇ ਨਾਲ। ਮਾਰੇ ਅੰਦਰ ਲੰਘ ਕੇ ਵਿਹੜੇ ਦੇ ਵਿੱਚ ਨਿਰਾ ਨੂਰ, ਦੀਨ ਦੁਨੀਆ ਦੇ ਮਾਲਕ, ਨਿਰੰਕਾਰ ਦਾ ਰੂਪ। ਤੇ ਕਿਸੇ ਕਵੀ ਸੱਜਣ ਨੇ ਨਾ ਬੜੇ ਪਿਆਰੇ ਵਚਨ ਲਿਖੇ ਨੇ ਇਸ ਦੇ ਪ੍ਰਥਾਏ। ਉਹ ਕਹਿੰਦਾ, ਲਾਲੋ ਵਰਗਾ ਕਿਤੇ ਗੁਰਸਿੱਖ ਮਿਲ ਪੈ, ਤੇ ਆਵਾਜ਼ ਮਾਰ ਕੇ ਬੂਹਾ ਖੁਲਵਾਏ ਨਾਨਕ। ਸਾਜਨੇ ਹੋ ਗੁਰੂ ਨਾਨਕ ਦੀ ਬੇਵਸੀ ਹੈ, ਲਾਲੋ ਲੱਭੇ ਨਾ ਤੇ ਕਿਹਦੇ ਘਰ ਜਾਏ ਨਾਨਕ। ਹੁਣ ਕਿੱਥੇ ਜਾਵੇ ਗੁਰੂ ਨਾਨਕ ਸੱਚੇ ਪਾਤਸ਼ਾਹ? ਉਹ ਗੁਰੂ ਨਾਨਕ ਤੇ ਉੱਥੇ ਜਾਣ ਨਾ ਜਿੱਥੇ ਪਿਆਰ ਹੈ, ਜਿੱਥੇ ਭਾਵਨਾ ਹੈ, ਜਿੱਥੇ ਭਾਈ ਲਾਲੋ ਜੀ ਬੈਠੇ ਨੇ, ਜਿੱਥੇ ਬ੍ਰਹਮ ਗਿਆਨੀ ਬੈਠੇ ਨੇ, ਜਿੱਥੇ ਦਸਾਂ ਨਵਾਂ ਦੀ ਕਿਰਤ ਦਾ ਰਾਜ ਹੈ, ਮਾਫ ਕਰਨਾ, ਜਿੱਥੇ ਭਗਤੀ ਦਾ ਘਰ ਹੈ, ਜਿੱਥੇ ਪਿਆਰ ਹੈ, ਗੁਰੂ ਉੱਥੇ ਜਾਂਦਾ ਹੈ। ਗੋਬਿੰਦ ਭਾਓ ਭਗਤ ਦਾ ਭੁੱਖਾ। ਸਾਧ ਸੰਗਤ, ਭਾਈ ਗੁਰਦਾਸ ਸਾਹਿਬ ਗੁਰੂ ਘਰ ਦੇ ਵੇਦ ਵਿਆਸ, ਮੈਂ ਕਈ ਵਾਰ ਉਹਨਾਂ ਦੀ ਰਚਨਾ ਪੜ੍ਹਦਾ ਪੜ੍ਹਦਾ ਹੈਰਾਨ ਹੁੰਦਾ ਹੈ ਵੀ ਅੱਜ ਤੋਂ 500 ਸਾਲ ਪਹਿਲਾਂ ਇੰਨੀ ਵਿਕਸਿਤ ਭਾਸ਼ਾ ਉਹਨਾਂ ਨੇ ਵਰਤੀ ਹੈ। ਪੜ੍ਹਦਿਆਂ ਪੜ੍ਹਦਿਆਂ ਹੈਰਾਨ ਹੋਈਦਾ। ਮੈਂ ਹੁਣੇ ਦੁਰਯੋਧਨ ਦੀ ਗੱਲ ਛੇੜਨ ਲੱਗਾ ਸਾਂ। ਜਦੋਂ ਭਗਵਾਨ ਜੀ ਆਏ ਕ੍ਰਿਸ਼ਨ ਜੀ, ਦੁਰਯੋਧਨ ਉੱਥੇ ਖੜਾ ਤਬੇਲੇ ਦੇ ਵਿੱਚ, ਮਾੜੀ ਜੀ ਨਾਮ ਸਤ ਕਹੀ। ਇਹ ਨਹੀਂ ਕਿਹਾ ਵੀ ਵੇਲੇ ਦਾ ਅਵਤਾਰ ਆਇਆ, ਮੈਂ ਸਤਿਕਾਰ ਕਰਾਂ, ਮੈਂ ਰਾਜ ਮਹਿਲਾਂ ਦੇ ਵਿੱਚ ਇਹਨਾਂ ਨੂੰ ਖੜਾ, ਜਾ ਕੇ ਬਿਠਾਵਾਂ, ਚਾਹ ਪਾਣੀ ਪ੍ਰਸ਼ਾਦਾ ਛਕਾਵਾਂ, ਜਿਵੇਂ ਭਾਈ ਲਾਲੋ ਨੇ ਗੁਰੂ ਨਾਨਕ ਸਾਹਿਬ ਨੂੰ ਛਕਾਇਆ। ਇਹਨੇ ਨਹੀਂ ਕੋਈ ਵੀ ਸਤਿਕਾਰ ਕੀਤਾ। ਮਾੜੀ ਜੀ ਨਾਮ ਸਤ ਕਹੀ। ਕ੍ਰਿਸ਼ਨ ਜੀ ਉੱਥੋਂ ਤੁਰੇ, ਹਸਤਨਾਪੁਰ ਦਿੱਲੀ, ਬਾਹਰ ਸ਼ਹਿਰ ਤੋਂ ਝੁੱਗੀ ਸੀ, ਉੱਥੇ ਚਲੇ ਗਏ ਬਿਦਰ ਦੀ ਝੁੱਗੀ ਦੇ ਵਿੱਚ। ਰਾਤ ਉੱਥੇ ਹੀ ਕੱਟੀ ਹੈ, ਮਾਫ ਕਰਨਾ। ਸਾਰੀ ਰਾਤ ਪ੍ਰਮਾਤਮਾ ਦੇ ਦਰ ਦੀਆਂ ਗੱਲਾਂ ਹੁੰਦੀਆਂ ਰਹੀਆਂ, ਭਗਤੀ ਦੀਆਂ ਗੱਲਾਂ ਹੁੰਦੀਆਂ ਰਹੀਆਂ, ਨਾਮ ਦੀਆਂ ਗੱਲਾਂ ਹੁੰਦੀਆਂ ਰਹੀਆਂ। ਜਦੋਂ ਦਿਨ ਚੜ੍ਹਿਆ ਨਾ, ਤੇ ਕ੍ਰਿਸ਼ਨ ਜੀ ਕਹਿਣ ਲੱਗੇ, ਚੰਗਾ ਫਿਰ ਬਿਦਰ ਜੀ ਮੈਂ ਹੁਣ ਚੱਲਦਾ, ਫਿਰ ਆਵਾਂਗੇ ਕਦੀ। ਤੇ ਉਹ ਕਹਿਣ ਲੱਗੇ, 7 ਵਜੇ ਠੀਕ ਆ ਜੀ, ਕੋਈ ਨਹੀਂ। ਤੇ ਧਿਆਨ ਦਿਓ, ਆ ਕਹਿ ਕੇ ਬਸ ਆਪਾਂ ਛੇਤੀ ਸਮਾਪਤੀ ਕਰ ਲੈਣੀ ਹੈ। ਸਾਧ ਸੰਗਤ ਜਦੋਂ ਵਾਪਸ ਆਏ ਤੇ ਦੁਰਯੋਧਨ ਖੜਾ ਉੱਥੇ ਹੀ ਰਾਜ ਮਹਿਲਾਂ ਦੇ ਕੋਲ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਗੱਲ ਦਾ ਹਵਾਲਾ ਦੇ ਕੇ ਸਾਨੂੰ ਸਮਝਾਇਆ ਆਪਣੀਆਂ ਵਾਰਾਂ ਦੇ ਵਿੱਚ। ਆ ਸੁਣਿਓ, ਸਰਦਾਰ ਲਖਬੀਰ ਸਿੰਘ ਹੁਣੀ, ਇਹਨਾਂ ਨੂੰ ਬੜੀਆਂ ਵਾਰਾਂ ਯਾਦ ਨੇ। ਹੋਰ ਸੰਗਤਾਂ ਵੀ ਪਿਆਰ ਵਾਲੀਆਂ ਬੈਠੀਆਂ ਨੇ ਸਾਰੇ। ਆਪਾਂ ਕਿਉਂਕਿ ਇਹ ਆਮ ਸਭਿਅਤਾ ਨਹੀਂ ਸ਼ਹਿਰਾਂ ਦੀ, ਮਾਫ ਕਰਨਾ। ਮੈਂ ਪਿੰਡਾਂ ਦੇ ਵਿੱਚ ਵੀ ਖਲੋ ਕੇ ਪੁੱਛਣਾ ਰਾਹੀਂ, ਢਾਡੀਆਂ ਰਾਹੀਂ ਪ੍ਰਚਾਰ ਕਰਦਾ ਰਿਹਾ, ਪਰ ਜਿਹੜਾ ਆਨੰਦ ਇੱਥੇ ਹੈ, ਮਾਫ ਕਰਨਾ, ਆਪਣੀ ਪੜ੍ਹੀ ਲਿਖੀ ਸੰਗਤ, ਸਾਰੀ ਸਭਿਅਤਾ, ਇੱਥੇ ਕੁਝ ਹੋਰ ਹੈ। ਸੁਣਿਆ ਆਇਆ ਬਿਦਰ ਦੇ ਬੋਲੇ, ਦੁਰਯੋਧਨ ਹੋਏ ਵੱਡ ਹੋਏ ਰੁੱਖਾ। ਪਤਾ ਲੱਗਾ ਕਿ ਬਿਦਰ ਦੇ ਘਰ ਰਿਹਾ ਕ੍ਰਿਸ਼ਨ, ਬੜਾ ਰੁੱਖਾ ਬੋਲਿਆ, ਬੜਾ ਗੁੱਸੇ ਵਿੱਚ। ਉਹ ਘਰ ਅਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕਿ ਸੁਖਾ।
ਕਹਿੰਦਾ ਰਾਜ ਮਹਿਲਾਂ ਨੂੰ ਸਾਡਿਆਂ ਨੂੰ ਛੱਡ ਕੇ ਉੱਥੇ ਬਿਦਰਤੀ ਝੁੱਗੀ ਸੁੱਤੇ ਹੋ ਤੁਸੀਂ, ਰਾਤ ਆਏ ਕਿਉਂ ਨਹੀਂ ਮੇਰੇ ਕੋਲ? ਮੈਂ ਉਡੀਕਦਾ ਰਿਹਾ। ਭੀਸ਼ਮ, ਦ੍ਰੋਣਾ, ਕਰਨ ਤਜ, ਸਭਾ ਸ਼ਿੰਗਾਰ ਵੱਡੇ ਮਨੁੱਖਾ। ਭੀਸ਼ਮ ਪਿਤਾਮਾ ਜੀ, ਦ੍ਰੋਣਾਚਾਰੀਆ ਤੇ ਸਾਧ ਕਰਨ ਵੱਡੇ ਯੋਧੇ ਸਨ। ਕਹਿੰਦਾ ਇਹਨਾਂ ਦਾ ਵੀ ਤੁਸੀਂ ਕੋਈ ਵਿਚਾਰ ਨਹੀਂ ਕੀਤਾ। ਇੱਥੋਂ ਵੱਡੇ ਵੱਡੇ ਮਨੁੱਖਾਂ ਨੂੰ ਛੱਡ ਕੇ ਉੱਥੇ ਬਿਦਰ ਦੇ ਕੋਲ ਚਲੇ ਗਏ। ਝੁੰਗੀ ਜਾਏ ਬੁਲਾਇਨ ਸਭਨਾਂ ਦੇ ਜੀ ਅੰਦਰ ਧੁੱਖਾ। ਭਾਈ ਗੁਰਦਾਸ ਸਾਹਿਬ ਕਹਿੰਦੇ ਝੁੱਗੀ ਵਿੱਚ ਰਹੇ ਆ, ਸਾਰਿਆਂ ਨੇ ਇਸ ਗੱਲ ਦਾ ਰੋਸ ਕੀਤਾ ਤੇ ਕਰੀ ਜਾਓ। ਗੱਲ ਇੱਥੇ ਮੁੱਕਣੀ ਹੈ ਨਾ, ਗੋਬਿੰਦ ਭਾਉ ਭਗਤ ਦਾ ਭੁੱਖਾ। ਜਦੋਂ ਇਹ ਗੱਲਾਂ ਰੋਸ ਵਾਲੀਆਂ, ਗੁੱਸੇ ਵਾਲੀਆਂ, ਅਹੰਕਾਰ ਵਾਲੀਆਂ ਦੁਰਯੋਧਨ ਨੇ ਕਹੀਆਂ ਨਾ, ਤੇ ਉਸ ਵੇਲੇ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਸਾਹਿਬ ਫਿਰ ਜਵਾਬ ਦਿੱਤਾ ਨਾ ਕ੍ਰਿਸ਼ਨ ਜੀ ਨੇ, ਹੱਸ ਬੋਲੇ ਭਗਵਾਨ ਜੀ, ਇੱਥੇ ਆ ਜਰਾ ਹੁਣ ਆ ਤੈਨੂੰ ਦੱਸਾਂ ਕੀ ਕਰਨੋਂ ਨਹੀਂ ਆਏ ਤੇਰੇ ਕੋਲ। ਇਸੇ ਕਰਕੇ ਮਲਕ ਭਾਗੋ ਦੇ ਕੋਲ ਨਹੀਂ ਗਏ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ। ਇਸੇ ਕਰਕੇ ਉਹਦੇ 36 ਪ੍ਰਕਾਰ ਦੇ ਭੋਜਨ ਨਹੀਂ ਖਾਧੇ ਮਹਾਰਾਜ ਨੇ। ਇਸੇ ਕਰਕੇ ਆਖਿਆ ਸੀ ਉੱਥੇ ਕੀ ਲੈਣ ਜਾਣਾ ਅਸਾਂ, ਇੱਥੇ ਚੰਗਾ। ਭਾਈ ਲਾਲੋ ਦੇ ਘਰ ਸਾਨੂੰ ਚੰਗਾ, ਇੱਥੇ ਆਨੰਦ ਹੈ, ਇੱਥੇ ਵਧੀਆ। ਹੱਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਨਮੁਖਾ। ਤੇਰੇ ਭਾਉ ਨਾ ਦਿਸਈ, ਮੇਰੇ ਰਾਹੀਂ ਆਪਣਾ ਚੁਖਾ। ਭਾਉ ਇਹੋ ਬਿਦਰ ਦੇ, ਹੋਰੀ ਦੇ ਚਿਤ ਚਾਉ ਨਾ ਭੁੱਖਾ। ਤੇ ਗੋਬਿੰਦ ਭਾਉ ਭਗਤ ਦਾ ਭੁੱਖਾ। ਆਖਿਆ ਅਸੀਂ ਪਿਆਰ ਦੇ ਭੁੱਖੇ ਹਾਂ, ਅਸੀਂ ਉਹ 36 ਪ੍ਰਕਾਰ ਦੇ ਭੋਜਨਾਂ ਦੀ ਕੋਈ ਗੱਲ ਨਹੀਂ, ਉਹ ਸਾਨੂੰ ਲੋੜ ਨਹੀਂ ਹੈ। ਤੇ ਸਾਧ ਸੰਗਤ ਇਸ ਤਰ੍ਹਾਂ ਬਿਦਰ ਦੀ ਝੁੱਗੀ ਦੇ ਵਿੱਚ ਜਾ ਕੇ ਕ੍ਰਿਸ਼ਨ ਜੀ ਨੇ ਰਾਤ ਬਤੀਤ ਕੀਤੀ। ਉਹਦਾ ਹਵਾਲਾ ਆਪਾਂ ਪੜ੍ਹ ਲਈਏ ਗੁਰੂ ਗ੍ਰੰਥ ਸਾਹਿਬ ਦੇ 1105 ਅੰਗ ਤੇ ਬਚਨ ਹੈ ਮਹਾਰਾਜ ਦਾ। ਸਾਧ ਸੰਗ ਮਹਾਰਾਜ ਕਹਿੰਦੇ ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਓ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਭਾਵੇ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਤੁਮਰੋ ਦੂਧ ਬਿਦਰ ਕੋ ਪਾਣੋ, ਅੰਮ੍ਰਿਤ ਕਰ ਮੈਂ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਕਬੀਰ ਕੋ ਠਾਕਰ ਅੰਧ ਵਿਨੋਦੀ, ਜਾਤ ਨਾ ਕਾਹੂ ਕੀ ਜਾਣੀ। ਬੜੀਆਂ ਦਲੀਲਾਂ ਨੇ, ਬੜੇ ਦ੍ਰਿਸ਼ਟਾਂਤ ਨੇ। ਜੇ ਸਾਧ ਸੰਗ ਸੁਦਾਮਾ ਤੇ ਕ੍ਰਿਸ਼ਨ ਜੀ ਸੰਦੀਪੁਰ ਗੁਰੂ ਕੋਲ ਇਕੱਠੇ ਪੜ੍ਹਦੇ ਨੇ। ਕ੍ਰਿਸ਼ਨ ਅਵਤਾਰ ਹੈ ਵੇਲੇ ਦਾ, ਸੁਦਾਮੇ ਤੇ ਗਰੀਬੀ ਪੈ ਗਈ ਹੈ। ਘਰੋਂ ਬੀਬੀ ਆਖਦੀ ਜਾਓ ਤੁਸੀਂ ਉਹਨਾਂ ਕੋਲ, ਕਦੀ ਜਾ ਕੇ ਬੇਨਤੀ ਕਰੋ, ਵੇਲੇ ਦਾ ਅਵਤਾਰ ਹੈ, ਕੋਈ ਮਦਦ ਕਰੇਗਾ ਤੁਹਾਡੀ। ਤੇ ਸਾਧ ਸੰਗ ਧਿਆਨ ਦੇਣਾ, ਅੱਜ ਜਾਣੇ ਕੱਲ ਜਾਣੇ, ਕਿੰਨਾ ਸਮਾਂ ਬੀਤ ਗਿਆ, ਇੱਦਾਂ ਹੀ ਗਏ ਹੀ ਨਾ। ਇੱਕ ਦਿਨ ਤਿਆਰ ਕਰਕੇ ਮਾਫ ਕਰਨਾ, ਬੀਬੀ ਨੇ ਘੱਲਿਆ ਥੋੜੇ ਜਿਹੇ ਚੌਲ ਨਾ ਪੱਲੇ 'ਚ ਬੰਨ੍ਹ ਦਿੱਤੇ, ਤੰਦੁਲ, ਕੋਈ ਹੋਰ ਭੇਟਾ ਨਹੀਂ ਸੀ, ਮਾਇਆ ਨਹੀਂ ਸੀ ਅੱਜ ਵਾਂਗ, ਮਾਫ ਕਰਨਾ। ਤੇ ਸਾਧ ਸੰਗਤ ਚੌਲ ਬੰਨ੍ਹ ਦਿੱਤੇ। ਦੀਵਾਰ ਲੱਗਾ ਹੋਇਆ ਇਸੇ ਤਰ੍ਹਾਂ ਜਿੱਦਾਂ ਤੁਸੀਂ ਬੈਠੇ ਹੋ, ਬੜੇ ਬੜੇ ਸਿਆਣੇ ਸੂਝਵਾਨ ਸਾਧ ਸੰਗਤ, ਅਮੀਰ ਸਾਰੇ ਬੈਠੇ ਆ। ਸੁਦਾਮਾ ਬਾਹਰ ਫਿਰਦਾ, ਉਹ ਚੌਲ ਪੱਲੇ ਬੰਨੇ ਥੋੜੇ ਜਿਹੇ। ਉਹ ਸੋਚਦਾ ਸੁਦਾਮਾ ਵੀ ਇਹ ਅਮੀਰ ਅਮੀਰ ਲੋਕ ਚਲੇ ਜਾਣਗੇ ਨਾ, ਤੇ ਮੈਂ ਫੇਰ ਜਾਊਂਗਾ ਤੇ ਜਾ ਕੇ ਆਪਣੀ ਵਿਥਿਆ ਦੱਸੂਗਾ ਸਾਰੀ, ਵੀ ਮੇਰੇ ਕੋਲ ਭੇਟਾ ਤੇ ਕੋਈ ਹੋਰ ਹੈ ਨਹੀਂ। ਤੇ ਸਾਧ ਸੰਗ ਉਸ ਵੇਲੇ ਫਿਰ ਭਾਈ ਗੁਰਦਾਸ ਸਾਹਿਬ ਨੂੰ ਪੜ੍ਹੋ। ਜਦੋਂ ਵੇਖਿਆ ਬਾਹਰ ਫਿਰਦਾ, ਕਦੀ ਇਹਨੂੰ ਜਾਂਦਾ ਕਦੀ ਇਹਨੂੰ ਜਾਂਦਾ, ਤੇ ਸਾਧ ਸੰਗ ਉਸ ਵੇਲੇ ਦੂਰੋਂ ਦੇਖ ਡੰਡੌਤ ਕਰ, ਛੱਡ ਸਿੰਘਾਸਨ ਹਰ ਜੀ ਆਏ। ਉਸ ਵੇਲੇ ਵੀ ਭਗਵਾਨ ਜੀ ਉੱਠ ਕੇ ਬਾਹਰ ਹੀ ਚਲੇ ਗਏ ਸਨ, ਵੀ ਆਉਂਦਾ ਕਿਉਂ ਨਹੀਂ ਅੰਦਰ। ਤੇ ਲਿਆਂਦਾ ਬਾਹੋਂ ਫੜ ਕੇ ਤੇ ਆਪਣੇ ਕੋਲ ਹੀ ਬਿਠਾ ਲਿਆ। ਸਾਧ ਸੰਗ ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਲਾਲੋ ਨੂੰ ਆਪਣੇ ਬਰਾਬਰ ਬਿਠਾਇਆ, ਬੜਾ ਮਾਫ ਕਰਨਾ। ਸਾਰੇ ਇਕੱਠੇ ਬੈਠੇ ਨੇ, ਭਾਵੇਂ ਤਸਵੀਰਾਂ ਕਲਪਨਾ ਮੰਨੀਆਂ ਜਾਂਦੀਆਂ ਨੇ, ਮਹਿਜ ਮੰਨੀਆਂ ਜਾਂਦੀਆਂ ਨੇ, ਝੂਠੀਆਂ ਮੰਨੀਆਂ ਜਾਂਦੀਆਂ ਨੇ, ਪਰ ਸਮਝਣ ਵਾਸਤੇ ਮੈਂ ਬੇਨਤੀ ਕਰਦਾ, ਉੱਥੇ ਗੁਰੂ ਨਾਨਕ ਸਾਹਿਬ ਬੈਠੇ ਨੇ, ਉੱਥੇ ਹੀ ਭਾਈ ਲਾਲੋ ਜੀ ਬੈਠੇ ਨੇ, ਉੱਥੇ ਹੀ ਮਰਦਾਨਾ ਬੈਠਾ ਲਾਗੇ। ਦੇਖੋ ਦੂਨ ਦੀਨ ਦੁਨੀਆ ਦੇ ਮਾਲਕ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ। ਤੇ ਮੈਂ ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਲਾਲੋ ਜੀ ਦੇ ਘਰ ਗਏ ਤੇ ਨਾਲ ਸਮਝਾਇਆ, ਆਖਿਆ ਵੀ ਕਰਮ ਜਿਹੜੇ ਨੇ 10 ਨੌਆਂ ਦੀ ਕਿਰਤ ਚੰਗੇ ਕਰਨੇ ਚਾਹੀਦੇ। ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ, ਮਾਫ ਕਰਨਾ ਬੜਾ ਮੁਲਾਇਮ ਜਿਹਾ ਹੁੰਦਾ ਹੈ, ਧਿਆਨ ਦਿਓ। ਤੇ ਜਦੋਂ ਰੁੱਖ ਉੱਗਦਾ, ਬੂਟਾ ਉੱਗਦਾ, ਰੜੀਆਂ ਸੂਲਾਂ ਨਿਕਲ ਆਉਂਦੀਆਂ। ਕਰਮ ਜਿਹੜੇ ਮਨੁੱਖ ਕਰਦਾ ਹੈ ਸਾਧ ਸੰਗਤ, ਉਦੋਂ ਨਹੀਂ ਪਤਾ ਲੱਗਦਾ, ਪਰ ਜਦੋਂ ਉਹਨਾਂ ਦਾ ਫਲ ਮਿਲਦਾ ਹੈ। ਇਹਦਾ ਵੀ ਉਹ ਭਾਵ ਸੀ ਕਿ ਭਾਈ ਜਿਹੋ ਜਿਹੀ ਕਿਰਤ ਭਾਈ ਲਾਲੋ ਜੀ ਕਰ ਰਹੇ ਨੇ, ਇਹੋ ਜਿਹੀ ਕਰਨੀ ਸਾਰਿਆਂ ਨੇ, ਇੱਦਾਂ ਦੇ ਹੋ ਕੇ ਰਹਿਣਾ ਹੈ।
ਤੋ ਸਾਧ ਸੰਗਤ ਗੁਰਬਾਣੀ ਦੇ ਵਿੱਚ ਸਾਰੀਆਂ ਟੂਕਾਂ ਆਪਾਂ ਪੜ੍ਹਦੇ ਹਾਂ। ਮੈਂ 6 ਲੱਛਣ ਬ੍ਰਹਮ ਗਿਆਨੀ ਦੇ ਪਹਿਲਾਂ ਪੜ੍ਹੇ ਸੀ, ਉਹਦਾ ਮਾੜਾ ਜਿਹਾ ਤਜਰਬਾ ਕਰਕੇ ਬਸ ਮੈਂ ਸਮਾਪਤੀ ਕਰਨ ਲੱਗਾ। ਸੰਗਤਾਂ ਇਕੱਤਰ ਹੋ ਗਈਆਂ ਨੇ ਸਾਰੀਆਂ, ਸਾਰੀ ਤਿਆਰੀ ਹੋ ਗਈ ਹੈ, ਸਨਮਾਨ ਆਪਾਂ ਕਰਨਾ ਆਈਆਂ ਸੰਗਤਾਂ ਦਾ। ਉਹ ਕਹਿੰਦੇ ਮੰਤਰ ਰਾਮ ਨਾਮੰ ਧਿਆਨਕ ਸਰਬਤਰ ਪੂਰਨੇ, ਇਸ ਦੇ ਨਾਲ ਤੁਲਨਾ ਕਰਿਓ ਭਾਈ ਲਾਲੋ ਦੇ ਜੀਵਨ ਦੀ। ਇਹ ਬਚਨ ਲਿਖੇ ਨੇ 1357 ਅੰਗ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਹਿਸਕ੍ਰਿਤੀ ਦੇ ਵਿੱਚ। ਕਹਿੰਦੇ ਵੀ ਉਹ ਜਿਹੜਾ ਬ੍ਰਹਮ ਗਿਆਨੀ ਹੈ ਨਾ, ਉਹ ਕੋਈ ਲੰਮੇ ਚੋਲਿਆਂ ਵਾਲਾ ਨਹੀਂ। ਉਹ ਭਾਈ ਸਾਹਿਬ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਹਲਵਾ, ਦੁਕਾਨਦਾਰ, ਕਿਰਤ ਕਰਨ ਵਾਲਾ ਕਿਰਤੀ, ਨੌਕਰੀ ਕਰਨ ਵਾਲਾ ਕੋਈ ਵੀ ਹੋ ਸਕਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਮਤਿ ਮਾਰਤੰਡ ਵਿੱਚ ਲਿਖਿਆ। ਉਹਦੇ ਜਿਹੜਾ ਅੰਤਰ ਹੈ ਉਹ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਧਿਆਨ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਦਾ ਹੈ, ਗਿਆਨ ਸਮ ਸੁਖ ਦੁੱਖ ਨੂੰ ਇੱਕੋ ਜਿਹਾ ਜਾਣਦਾ ਹੈ, ਜੁਗਤ ਨਿਰਮਲ ਨਿਰਵੈਰਣ ਹੈ। ਉਹਦੇ ਜੀਵਨ ਦੀ ਜੁਗਤੀ ਨਿਰਮਲ ਹੁੰਦੀ, ਭਾਈ ਲਾਲੋ ਜੀ ਵਰਗੀ ਪਿਆਰੀ ਹੁੰਦੀ ਹੈ, ਪਿਆਰ ਵਾਲੀ ਹੁੰਦੀ ਹੈ। ਦਿਆਲੰ ਸਰਬੱਤਰ ਜੀਆਂ ਪੰਜ ਦੋਖ ਵਰਜ ਤੇ, ਉਹ ਸਾਰੇ ਜੀਆਂ ਤੇ ਦਇਆ ਕਰਨ ਵਾਲਾ ਹੁੰਦਾ ਹੈ, ਸਾਰਿਆਂ ਦਾ ਭਲਾ ਕਰਨ ਵਾਲਾ ਹੁੰਦਾ ਹੈ। ਇਤਿਹਾਸ ਪੜ੍ਹੋ ਤੇ ਇਸੋਂ ਦਾ ਹੀ ਇਬਨਾਬਾਦ ਦਾ ਜਿਹੜਾ ਹਾਕਮ ਹੈ ਨਾ ਜ਼ਾਲਮ ਖਾਂ, ਉਹਦਾ ਮੁੰਡਾ ਬਿਮਾਰ ਹੋ ਗਿਆ। ਬੜੇ ਹਵੈਦਾਂ ਨੇ, ਹਕੀਮਾਂ ਨੇ ਦਵਾਈਆਂ ਦਿੱਤੀਆਂ ਪਰ ਆਰਾਮ ਨਹੀਂ ਆਇਆ। ਤੇ ਜਦੋਂ ਆਪਾਂ ਪੜ੍ਹਦੇ ਹਾਂ ਕਿ ਉਹ ਭਾਈ ਲਾਲੋ ਜੀ ਕੋਲ ਲੈ ਕੇ ਆਏ ਨੇ, ਤੇ ਭਾਈ ਲਾਲੋ ਨੇ ਉਹ ਕੁਦਰੇ ਦੀ ਰੋਟੀ ਦਾ ਟੁੱਕ ਦਿੱਤਾ ਹੈ, ਤੇ ਉਹਦੇ ਨਾਲ ਹੀ ਆਰਾਮ ਆ ਗਿਆ, ਉਹਦੇ ਨਾਲ ਹੀ ਠੀਕ ਹੋ ਗਿਆ, ਕਿਉਂਕਿ ਉਹਦੇ ਵਿੱਚ ਬਖਸ਼ਿਸ਼ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੀ। ਮੈਂ ਬੇਨਤੀ ਕਰ ਰਿਹਾ ਸਾਂ ਕਿ ਦਿਆਲੰ ਸਰਬੱਤਰ ਜੀਆਂ ਪੰਜ ਦੋਖ ਵਰਜ ਤੇ, ਉਹ ਜਿਹੜਾ ਬੰਦਾ ਹੈ ਬ੍ਰਹਮ ਗਿਆਨੀ ਭਾਈ ਲਾਲੋ ਜੀ ਵਰਗਾ, ਉਹ ਪੰਜਾਂ ਵਿਕਾਰਾਂ ਨੂੰ ਕਾਬੂ ਕਰਕੇ ਰੱਖਦਾ ਹੈ। ਭੋਜਨ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਤੇ, ਪਰਮਾਤਮਾ ਦਾ ਭਜਨ ਕਰਦਾ ਹੈ, ਬੰਦਗੀ ਕਰਦਾ ਹੈ, ਨਾਮ ਜਪਦਾ, ਸਾਧ ਸੰਗਤ, ਸਾਰੇ ਜੀਵਾਂ ਤੇ ਦਇਆ ਰੱਖਦਾ ਹੈ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਲੇਪ ਰਹਿੰਦਾ, ਇੱਦਾਂ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਦਾਸੀ ਰਹਿੰਦਾ। ਸੰਸਾਰ ਦੀ ਮੋਹ ਮਾਇਆ ਦਾ ਵਿਕਾਰਾਂ ਦਾ ਕੋਈ ਅਸਰ ਨਹੀਂ ਹੁੰਦਾ। ਉਪਦੇਸ਼ੰ ਸਮ ਮਿੱਤਰ ਸਤਰੇ ਭਗਵੰਤ ਭਗਤ ਭਾਵਣੀ, ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਦੇਵੇਗਾ, ਸਾਰਿਆਂ ਨੂੰ ਇੱਕੋ ਜਿਹਾ ਜਾਣੇਗਾ। ਪਰ ਨਿੰਦਾ ਨੇ ਸਰੋਤ ਆਪ ਤਿਆਗ ਸਗਲ ਰਹਿਣ ਕੇ, ਕਿਸੇ ਦੀ ਨਿੰਦਾ ਨਹੀਂ ਸੁਣਦਾ। ਭਾਈ ਲਾਲੋ ਜੀ ਵਾਂਗੂ ਬੂਹਾ ਬੰਦ ਕਰਕੇ ਆਪਣੀ ਦਸਾਂ ਨੋਹਾਂ ਦੀ ਕਿਰਤ ਕਰਦਾ ਰਹਿੰਦਾ ਸਾਧ ਸੰਗਤ। ਭਾਈ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਤਿਆਗ ਸਗਲ ਰਹਿਣ ਕੇ, ਆਪਾ ਭਾਵ ਤਿਆਗ ਕੇ ਸਾਰਿਆਂ ਦੀ ਚਰਨ ਧੂੜ ਮੰਗਦਾ। ਜਿਵੇਂ ਗੁਰੂ ਸਾਹਿਬ ਕਹਿੰਦੇ ਗੁਰਸਿੱਖਾਂ ਕੀ ਹਾਰ ਧੂੜ ਦੇ, ਹਮ ਪਾਪੀ ਪੀ ਗਤ ਪਾਹੇ, ਖਟ ਲਖਣ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸਵਜਦੇ। ਉਹਦੇ ਜੀਵਨ ਦੇ 6 ਲੱਛਣ ਹੁੰਦੇ ਨੇ ਜਿਹੜੇ ਭਾਈ ਲਾਲੋ ਜੀ ਵਿੱਚ ਐਨ ਸੰਪੂਰਨ ਸਨ। ਮੈਂ ਫਿਰ ਬੇਨਤੀ ਕਰਾਂ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਐਵੇਂ ਨਹੀਂ ਉਹਦੇ ਘਰ ਗਏ, ਐਵੇਂ ਨਹੀਂ ਜਾ ਕੇ ਬੂਹਾ ਖੜਕਾਇਆ, ਐਵੇਂ ਨਹੀਂ ਉਹਦੇ ਘਰ ਨਿਵਾਸ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਐਸੇ ਦੀਨ ਦਿਆਲ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਉਹਨਾਂ ਦੇ ਮਹਾਨ ਸਿੱਖ ਹੋਏ ਨੇ ਭਾਈ ਲਾਲੋ ਜੀ ਬ੍ਰਹਮ ਗਿਆਨੀ ਸਾਹਿਬ। ਉਹਨਾਂ ਦਾ ਆਪਾਂ ਸਾਰੇ ਜਨਮ ਦਿਹਾੜਾ ਪ੍ਰਕਾਸ਼ ਪੁਰਬ ਕਹਿ ਲਈਏ, ਬੜੇ ਪਿਆਰ, ਸ਼ਰਧਾ, ਜੋਸ਼ੋ ਖਰੋਸ਼ ਦੇ ਨਾਲ ਮਨਾਇਆ ਹੈ। ਸਤਿਗੁਰੂ ਜੀ ਕਿਰਪਾ ਕਰਨ ਕਿ ਸਾਨੂੰ ਵੀ ਇਹ ਜੀਵਨ ਜਾਚ ਦੱਸਣ ਭੁੱਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਕਿ ਐਸੀ ਜੀਵਨ ਜਾਚ ਆ ਸਕੇ। ਮੈਂ ਫਿਰ ਬੇਨਤੀ ਕਰਾਂ ਕਿ ਕੋਈ ਡੇਰੇਦਾਰ, ਕੋਈ ਜੰਤਰਾਂ ਮੰਤਰਾਂ ਵਾਲਾ ਜਾਂ ਹੋਰ ਕੋਈ ਸੰਤ ਨਹੀਂ ਹੋ ਸਕਦਾ। ਉਹ ਹਲਵਾ ਜ਼ਿਮੀਂਦਾਰ, ਕਿਰਤ ਕਰਨ ਵਾਲਾ ਕਿਰਤੀ, ਦੁਕਾਨਦਾਰ, ਨੌਕਰੀ ਕਰਨ ਵਾਲਾ ਕੋਈ ਵੀ ਹੋ ਸਕਦਾ ਹੈ। ਸਤਿਗੁਰੂ ਜੀ ਕਿਰਪਾ ਕਰਨ ਐਸੀ ਜੀਵਨ ਜਾਚ ਸਾਨੂੰ ਮਿਲੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਸਮਾਂ ਜਿੰਨਾ ਸਾਧ ਸੰਗਤ ਥੋੜ੍ਹਾ ਵੱਧ ਵੀ ਪੁਰਬ ਚਲੇ ਗਿਆ, 12 ਵਜੇ ਤੱਕ ਹੁਕਮ ਕੀਤਾ ਸੀ। ਸਤਿਗੁਰੂ ਜੀ ਕਿਰਪਾ ਕਰਨ ਬੇਅੰਤ ਮਾਇਆ ਸਤਿਕਾਰ ਵਜੋਂ ਪ੍ਰਧਾਨ ਸਾਹਿਬ ਜੀ ਹੋਰ ਬੇਅੰਤ ਸੰਗਤਾਂ ਵੱਲੋਂ ਸਾਧ ਸੰਗਤ ਸਤਿਕਾਰ ਕੀਤਾ ਗਿਆ ਹੈ। ਦਾਸਰੇ ਨੂੰ ਤੁਸੀਂ ਹਮੇਸ਼ਾ ਮਾਣ ਬਖਸ਼ਿਸ਼ ਕਰਦੇ ਹੋ, ਮੈਂ ਧੰਨਵਾਦ ਕਰਦਾ ਹਾਂ। ਅਗਲਾ ਜੋ ਪ੍ਰੋਗਰਾਮ ਹੈ ਬਹੁਤ ਹੀ ਸਾਧ ਸੰਗਤ ਸੁਚੱਜਾ, ਸਵੇਰ ਤੋਂ ਹੀ ਬੜਾ ਆਨੰਦਮਈ ਪ੍ਰੋਗਰਾਮ ਚੱਲ ਰਿਹਾ ਹੈ, ਕੀਰਤਨ ਹੋ ਰਿਹਾ ਹੈ, ਵਿਚਾਰਾਂ ਹੋ ਰਹੀਆਂ ਨੇ ਸਾਧ ਸੰਗਤ ਤੋਂ। ਅਗਲਾ ਪ੍ਰੋਗਰਾਮ ਸਤਿਕਾਰਯੋਗ ਸਭਾ ਦੇ ਜਨਰਲ ਸਕੱਤਰ ਸਾਹਿਬ ਸਰਦਾਰ ਕਰਮ ਸਿੰਘ ਜੀ ਸਿੱਖ ਸੰਗਤਾਂ ਦੇ ਸਾਹਮਣੇ ਜੋ ਰੂਪ ਰੇਖਾ ਹੈ ਪ੍ਰੋਗਰਾਮ ਦੀ ਉਹ ਰੱਖਣਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਜੀ ਕਿਰਪਾ ਕਰਨ, ਸਾਰਿਆਂ ਨੂੰ ਨਾਮਦਾਨ, ਚੜ੍ਹਦੀ ਕਲਾ, ਭਾਈ ਲਾਲੋ ਜੀ ਵਰਗਾ ਜੀਵਨ ਸਾਨੂੰ ਬਖਸ਼ਿਸ਼ ਕਰਨ। ਫਿਰ ਬੇਨਤੀ ਹੈ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਜਸਪਾਲ ਸਿੰਘ ਜੀ ਨੂੰ ਸਟੇਜ ਤੇ ਬੁਲਾਇਆ ਗਿਆ। ਸਤਿਕਾਰਯੋਗ ਸਮੁੱਚੀ ਗੁਰੂ ਦੀ ਹਾਜ਼ਰੀ 'ਚ ਬੈਠੀ ਸੰਗਤ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਨੂੰ ਆਪਾਂ ਮਨਾਉਣਾ ਕਰ ਰਹੇ ਹਾਂ। ਅੰਮ੍ਰਿਤ ਵੇਲੇ ਤੋਂ ਗੁਰਬਾਣੀ ਕੀਰਤਨ ਜਸ ਗਾਇਨ ਹੁੰਦੇ ਰਹੇ ਨੇ। ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵਿਸ਼ੇਸ਼ ਕਰਕੇ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਪਹੁੰਚ ਚੁੱਕੇ ਆ। ਉਹਨਾਂ ਦਾ ਸਮਾਂ ਅਸੀਂ ਸਾਰਾ ਸਮਾਂਬੰਦ ਕੰਮ ਚੱਲ ਰਹੇ ਹਾਂ। 12:30 ਤੇ ਚੱਲਣਾ ਸੀ, 12:30 ਤੋਂ 1:30 ਮੇਰਾ ਮਤਲਬ। ਉਹਨੂੰ ਅਸੀਂ 35-37 ਮਿੰਟ ਕਹਿ ਲਓ ਵੀ 12:35-37 ਤੇ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਸਟੇਜ ਤੇ ਬਹੁਤਾ ਲੰਮੀ ਗੱਲ ਨਾ ਕਰੂੰਗਾ। ਅੱਜ ਦੇ ਦਿਹਾੜੇ ਦੇ ਜਿਹੜੇ ਸਾਡੀ ਮਹਾਨ ਸ਼ਖਸੀਅਤ ਗੁਰੂ ਨਾਨਕ ਸਾਹਿਬ ਜੀ ਦੇ ਅਨੰਦ ਸੇਵਕ ਬ੍ਰਹਮ ਗਿਆਨੀ ਭਾਈ ਲਾਲੋ ਜੀ ਬਾਰੇ ਬੜਾ ਸੋਹਣਾ ਬਰੀਫ ਕੀਤਾ ਭਾਈ ਸਾਹਿਬ ਜੀ ਨੇ। ਔਰ ਆਪਾਂ ਹਰ ਸਾਲ ਇਹ ਦਿਹਾੜਾ ਮਨਾਉਂਦੇ ਹਾਂ। ਇਸੇ ਤਰ੍ਹਾਂ ਮਹਾਰਾਜ ਜੱਸਾ ਸਿੰਘ ਰਾਮਗੜ੍ਹੀ ਜੀ ਦਾ ਮਨਾਉਂਦੇ ਹਾਂ। ਔਰ ਇਹਨਾਂ ਦੋਨਾਂ ਦਿਹਾੜਿਆਂ 'ਤੇ ਭਾਈਚਾਰੇ ਦੇ ਵਿੱਚ ਕਦੀ ਕੁਛ ਵਿਅਕਤੀ, ਕਦੀ ਕੁਛ ਵਿਅਕਤੀ, ਕਦੀ ਕੁਛ ਵਿਅਕਤੀ, ਉਹ ਵਿਸ਼ੇਸ਼ ਵਿਅਕਤੀ ਜਿਨ੍ਹਾਂ ਦਾ ਸਾਡੀ ਭਾਈਚਾਰੇ ਦੇ ਨਾਲ, ਸਾਡੇ ਸਮੁੱਚੇ ਸਮਾਜ ਦੇ ਵਿੱਚ, ਸਾਡੇ ਉਹ ਰਾਜਨੀਤਿਕ ਵੀਰ ਜਿਨ੍ਹਾਂ ਨੂੰ ਅਸੀਂ ਕਈ ਵਾਰੀ ਆਪ ਕਾਮਨਾ ਕਰਦੇ ਹਾਂ ਕਿ ਚੁਣੇ ਗਏ ਨੇ ਤੇ ਸਾਡੇ ਸਿਆਸਤ ਵਿੱਚ ਇੱਕ ਹਿੱਸਾ ਬਣਨਗੇ। ਸੋ ਇੱਦਾਂ ਦੇ ਪਰਿਵਾਰ ਅੱਜ ਵੀ ਜਿਨ੍ਹਾਂ 'ਚ ਮੈਕਸੀਮਮ ਸਾਬਕਾ ਪ੍ਰਧਾਨ ਸਾਹਿਬਾਨ ਨੇ ਸਾਡੀ ਸਭਾ ਦੇ, ਔਰ ਉਸ ਦੇ ਨਾਲ 2-3 ਵਿਸ਼ੇਸ਼ ਵਿਅਕਤੀ ਹੋਰ ਨੇ। ਸੋ ਮੈਂ ਉਹਨਾਂ ਦੇ ਨਾਮ ਲੈਂਦਾ ਜਾਵਾਂਗਾ। ਪ੍ਰਧਾਨ ਸਾਹਿਬ ਨੂੰ ਬੇਨਤੀ ਆ ਕਿ ਮੈਨੇਜਰ ਸਾਹਿਬ ਸੀਕੁਐਂਸੀ ਦੇ ਵਿੱਚ ਇਹਨਾਂ ਵਿਸ਼ੇਸ਼ ਵਿਅਕਤੀਆਂ ਨੂੰ ਮੈਂ ਜਿਵੇਂ ਜਿਵੇਂ ਬੁਲਾਵਾਂ, ਉਹ ਸਾਡੀ ਸਤਿਕਾਰਤ ਬੇਨਤੀ ਨੂੰ ਪ੍ਰਵਾਨ ਕਰਕੇ ਸਾਡੇ ਵੀਰ ਸਟੇਜ 'ਤੇ ਆਉਣਗੇ ਅਤੇ ਉਹਨਾਂ ਨੂੰ ਸਨਮਾਨ ਕਰਨ ਲਈ ਮੈਂ ਪ੍ਰਧਾਨ ਸਾਹਿਬ ਨੂੰ ਕਹਾਂ ਕਿ ਆਪਣੀ ਐਗਜ਼ੈਕਟਿਵ ਦੇ ਵਿੱਚੋਂ ਹਾਂਜੀ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸੋ ਨਿਹਾਲ। ਸਤਿ ਸ੍ਰੀ ਅਕਾਲ। ਨੇ ਬਣਾਇਆ ਉਹਦੇ ਚੇਅਰਮੈਨ ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ
हम भीखक पेखरी तेरे, हम भीखक पेखरी तेरे, तू निज पत है दाता दाता। हो दयाल, हो दयाल, नाम देहो मंगत जन को, सदा रहो रघुराता। मेरे राम हर जन के बल जाई, हर जन के हो बल जाई, हर जन के हो बल जाई, हर जन के हो बल जाई। किसा का कर जब तुलावा, चरण धूल मुख लाई, हर जन के हो बल जाई, हर जन के हो बल जाई। भाग खड़े हर संत तुम्हारे, भाग खड़े हर संत तुम्हारे, जिन कर तन हर नामा, जिन कर तन हर नामा, परवान गणी से आए, परवान गणी से आए, सफल तिना के कामा, सफल तिना के कामा, हर जन के हो बल जाई, हर जन के हो बल जाई, हर जन के हो बल जाई, हर जन के हो बल जाई। जन्म मरण दोहु में नाही, जन्म मरण दोहु में नाही, जन्म मरण दोहु में नाही, जन पर पुकारी आए, आ
ਹਰ ਸਿਉ ਲੈਣ ਮਿਲਾਏ ਹਰ ਜਨ ਕੈ ਹੋ ਬਲ ਜਾਈ 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 ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਤਿਨ ਜਾਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਤਿਨ ਜਾਤੇ ਜਿਸ ਕੇ ਸੇ ਤਿਨ ਜਾਤੇ ਹਰ ਜਨ ਕੈ ਹੋ ਬਲ ਜਾਈ 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 ਮੇਰੇ ਰਾਮ ਮੇਰੇ ਰਾਮ ਮੇਰੇ ਰਾਮ ਮੇਰੇ ਰਾਮ ਹਰ ਜਨ ਕੈ ਹੋ ਬਲ ਜਾਈ 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 ਪੱਖਾ ਪੇਰੀ ਪਾਣੀ ਢੋਵਾ ਪੱਖਾ ਪੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾ ਨਾਨਕ ਕੀ ਪ੍ਰਭ ਪਾਸ ਬਿਨਤੀ ਤੇਰੇ ਜਨ ਦੇਖਣ ਪਾਵਾ ਪੱਖਾ ਫੇਰੀ
हर जन के हम हर जाए, हर जन के हम बल जाए, हर जन के हम बल जाए। मेरा हर जन के हम बल जाए, 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 हर जन के हम बल मेरे राम वाहिगुरू जी। भली सुहावी शापरी, भली सुहावी शापरी, जाम में गुण गाए, जाम में गुण गाए। भली सुहावी शापरी, भली सुहावी शापरी, जाम में गुण गाए, जाम में गुण गाए। कित ही कामना तौल हर, कित ही कामना तौल हर, जित हर बिसराए, जित हर बिसराए। भली सुहावी शापरी, जाम में गुण गाए, जाम में गुण गाए। अनक गरीबी साध संग, अनक गरीबी साध संग, जित प्रभ जित आए। अनक गरीबी साध संग, जित प्रभ चित आए। जल जाओ एव पद पना, जल जाओ एव पद पना, माया लपटाए, माया लपटाए। भली सुहावी शापरी, भली सुहावी शापरी, जाम में गुण गाए, जाम में गुण गाए। भली सुहावी शापरी, भली सुहावी शापरी, जाम में गुण गाए, जाम में गुण गाए। पीस
पीसन पीस ओट कामरी, पीसन पीस ओट कामरी, सुख मन संतोखा। सुख मन संतोखा, ऐसो राज ना कितै काज, ऐसो राज ना कितै काज, जित हर बिसराय। ऐसो राज ना कितै काज, ऐसो राज ना कितै काज, जित नह तृप्ताय, जित नह तृप्ताय। भली सुहागी शाकुरी, भली सुहागी शाकुरी, जामै गुण गाए, जामै गुण गाए। भली सुहागी शाकुरी, भली सुहागी शाकुरी, जामै गुण गाए, जामै गुण गाए। नगन फिरत रंग एक ने, नगन फिरत रंग एक ने, ओहो शोभा पाए। नगन फिरत रंग एक ने, ओहो शोभा पाए, ओहो शोभा पाए। पाट पटंबर बिरथिया, पाट पटंबर बिरथिया, जेह रच लोभाए, जेह रच लोभाए। अनंत सुहागी शाकुरी, भली सुहागी शाकुरी, जामै गुण गाए, जामै गुण गाए। सब किछ तुमरे हाथ प्रभ, सब किछ तुमरे हाथ प्रभ, आप करे कराए। सब किछ तुमरे हाथ प्रभ, सब किछ तुमरे, सब किछ तुमरे हाथ प्रभ,
ਜਾਂ ਮਹਿ ਗੁਣ ਗਾਏ। 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਅੱਖੀ ਵੇਖਣ ਕਰਨ ਸੁਣ ਮੁਖ ਸ਼ੁਭ ਬੋਲਣ ਬਚਨ ਸਨੇਹੀ। ਹੱਥੀ ਕਾਰ ਕਮਾਵਣੀ ਹੱਥੀ ਕਾਰ ਕਮਾਵਣੀ। ਪੈਰੀ ਚੱਲ ਸਤ ਸੰਗ ਮਿਲੇ। ਕਿਰਤ ਬਿਰਤ ਕਰ ਧਰਮ ਦੀ ਕਿਰਤ ਬਿਰਤ ਕਰ ਧਰਮ ਦੀ। ਖਟ ਖਵਾਲਣ ਕਾਰ ਕਰੇਗੀ। ਗੁਰਮੁਖ ਜਨਮ ਸਕਾਰਥਾ। ਗੁਰਬਾਣੀ ਪੜ੍ਹ ਸਮਝ ਸੁਣੇਗੀ। ਗੁਰ ਭਾਈ ਸੰਤੁਸ਼ਟ ਕਰ ਚਰਣਾਮਤ ਲੈ ਮੁਖ ਪਵੇਗੀ। ਪੈਰੀ ਪਵਨ ਨਾ ਛੋਡੀਐ। ਕਲੀ ਕਾਲ ਰਹਿ ਰਾਸ ਕਰੇ। ਆਪ ਤਰੇ ਗੁਰ ਸਿੱਖ ਤਰੇ। 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 ਸਭ ਕਿਛ ਤੁਮਰੇ ਹਾਥ ਪ੍ਰਭ। ਸਭ ਕਿਛ ਤੁਮਰੇ ਹਾਥ ਪ੍ਰਭ। ਆਪ ਕਰੇ ਕਰਾਏ। ਆਪ ਕਰੇ ਕਰਾਏ। ਸਾਸ ਸਾਸ ਸਿਮਰਤ ਰਹਾ। ਸਾਸ ਸਾਸ ਸਿਮਰਤ ਰਹਾ। ਨਾਨਕ ਦਾਨ ਪਾਏ। ਨਾਨਕ ਦਾਨ ਪਾਏ। ਅਨੰਦ ਸੁਹਾਗੀ ਸ਼ਾਬਰੀ। ਭਲੀ ਸੁਹਾਗੀ ਸ਼ਾਬਰੀ। ਜਾਂ ਮੈਂ ਗੁਣ ਗਾਏ। ਜਾਂ ਮੈਂ ਗੁਣ ਗਾਏ। ਭਲੀ ਸੁਹਾਗੀ ਸ਼ਾਬਰੀ। ਭਲੀ ਸੁਹਾਗੀ ਸ਼ਾਬਰੀ। ਜਾਂ ਮੈਂ ਗੁਣ ਗਾਏ। ਜਾਂ ਮੈਂ ਗੁਣ ਗਾਏ। ਕਿਤ ਹੀ ਕਾਮਨਾ ਤੌਲ ਹਨ। ਕਿਤ ਹੀ ਕਾਮਨਾ ਤੌਲ ਹਨ। ਜਿਤ ਹਰ ਬਿਸਰਾਏ। ਜਿਤ ਹਰ ਬਿਸਰਾਏ। ਭਲੀ ਸੁਹਾਗੀ ਸ਼ਾਬਰੀ। ਭਲੀ ਸੁਹਾਗੀ ਸ਼ਾਬਰੀ। ਜਾਂ ਮੈਂ ਗੁਣ ਗਾਏ। 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 ਵਾਹਿਗੁਰੂ ਜੀ। ਮੇਰੇ RAM ਰਾਏ। 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 ਤੂੰ ਸੰਤਾਂ
ਸੰਤ ਤੇਰੇ ਤੂੰ ਸੰਤਾਂ ਦਾ ਸੰਤ ਤੇਰੇ ਮੇਰੇ ਰਾਮ ਰਾਏ ਮੇਰੇ ਰਾਮ ਰਾਏ ਮੇਰੇ ਰਾਮ ਰਾਏ ਮੇਰੇ ਰਾਮ ਰਾਏ जिसके सिर ऊपर तू स्वामी जिसके सिर ऊपर तू स्वामी सो दुख कैसा पावे सो दुख कैसा पावे बोल न जाने आए मत मता बोल न जाने आए मत मता मरना चीत न आवे मरना चीत न आवे मेरे राम राए मेरे राम राए मेरे राम राए मेरे राम राए संता का संत तेरे तू संता का संत तेरे तेरे सेवक का पाँव कृष्णाही तेरे सेवक का पाँव कृष्णाही जब नहीं आवे मेरे जब नहीं आवे मेरे राम राए मेरे राम राए मेरे राम राए मेरे राम राए जो तेरे रंग राते स्वामी जो तेरे रंग राते स्वामी जो तेरे रंग राते स्वामी तिनका जन्म मरण दुख नासा तिनका जन्म मरण दुख नासा जो तेरे रंग राते स्वामी जो तेरे रंग राते स्वामी तिनका जन्म मरण दुख नासा तिनका जन्म मरण दुख नासा तेरी बख्श ना मिटे कोई तेरी बख्श ना मिटे कोई सतगुर का दिलासा सतगुर का दिलासा मेरे राम राए मेरे राम राए
मेरे राम राय, मेरे राम राय, मेरे राम राय, मेरे राम राय। ज्ञान ध्यान केश कर्म न जाना, ज्ञान ध्यान केश कर्म न जाना, सार न जाना तेरी, सार न जाना तेरी। सार न जाना तेरी, सब ते बड़ा सतगुर नानक, सब ते बड़ा सतगुर नानक, जिन कल राखी मेरी, जिन कल राखी मेरी। मेरे राम राय, मेरे राम राय, मेरे राम राय, मेरे राम राय। तू संतां का संत तेरे, तू संतां का संत तेरे, तेरे सेवक पापी शनाई, तेरे सेवक पापी शनाई। जब नहीं आवे तेरे, जब नहीं आवे तेरे, मेरे राम राय, 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 मेरे राम। तू संतां का संत तेरे, वाहिगुरू जी। ਧੰਨ ਧੰਨ ਸੋ ਗੁਰ ਸਿੱਖ ਕਹੀਏ, ਧੰਨ ਧੰਨ ਸੋ ਗੁਰ ਸਿੱਖ ਕਹੀਏ, ਧੰਨ ਧੰਨ ਸੋ ਗੁਰ ਸਿੱਖ ਕਹੀਏ, ਧੰਨ ਧੰਨ ਸੋ ਗੁਰ ਸਿੱਖ ਕਹੀਏ। ਜੋ ਸਤਿਗੁਰ ਚਰਨੀ ਜਾਏ ਪਿਆਰਾ, ਜੋ
सिख को तिस गुर सिख सदा नमस्कारी जो गुर के बाणे गुर सिख चलिया जो जाने तिस सदा सुख होए आप मिलाए नए कब सोए ओहो धनवंत कुलवंत पदवंत जीवन मुक्त जिस हृदय भगवंत धन 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 जन आया जिस प्रसाद सब जगत कराया जन आवन का यह स्वाद जन के संग तेरा नाम आप मुक्त मुक्त करे संसार आप मुक्त मुक्त करे संसार नानक तिस जन को सदा नमस्कार नानक तिस जन को सदा नमस्कार तिस गुर सिख को और सदा नमस्कारी इस गुर सिख को और सदा नमस्कार जो गुर के पाने गुर सिख चलिया जो गुर के पाने गुर सिख चलिया तन तन सो गुर सिख चलिए तन तन सो गुर सिख चलिए जो सतगुर चरनी जाए पया जो सतगुर चरनी जाए पया तन तन सो गुर सिख चलिए तन तन सो गुर सिख चलिए गुर सिख चलिए गुर सिख कहिए तन तन सो गुर सिख कहिए औखी घड़ी न देखण दे औखी घड़ी न देखण दे औखी घड़ी न देखण दे अपना बिरद संभाले अपना बिरद संभाले औखी घड़ी न देखण दे औखी घड़ी न देखण दे हाथ पे राखे अपने को हाथ पे राखे अपने
ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਲਾਗ ਰਹਿਓ ਲਾਗ ਰਹਿਓ ਮੇਰਾ ਚੀਤ ਲਾਗ ਰਹਿਓ ਮੇਰਾ ਚੀਤ ਪ੍ਰਭ ਸਿਉ ਲਾਗ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਪ੍ਰਭ ਸਦਾ ਸਾਈ ਤਨ ਹਮਾਰਾ ਨੀਤ ਤਨ ਹਮਾਰਾ ਨੀਤ ਔਖੀ ਘੜੀ ਨਾ ਦੇਖਣ ਦੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਆਪਣਾ ਬਿਰਦ ਸਮਾਲੇ ਔਖੀ ਘੜੀ ਨਾ ਦੇਖਣ ਦੇ ਔਖੀ ਘੜੀ ਨਾ ਦੇਖਣ ਦੇ ਮਨ ਬਿਲਾਸ ਪਏ ਸਾਹਿਬ ਕੇ ਮਨ ਬਿਲਾਸ ਪਏ ਸਾਹਿਬ ਕੇ ਮਨ ਬਿਲਾਸ ਪਏ ਸਾਹਿਬ ਕੇ ਮਨ ਬਿਲਾਸ ਹੋਏ ਸਾਹਿਬ ਕੇ ਮਨ ਬਿਲਾਸ ਹੋਏ ਸਾਹਿਬ ਕੇ ਮਨ ਬਿਲਾਸ ਹੋਏ ਸਾਹਿਬ ਕੇ ਅਚਰਜ ਦੇਖ ਬੜਾਈ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਪ੍ਰਭ ਪੂਰਨ ਪੈਜ ਰਖਾਈ ਔਖੀ ਘੜੀ ਨਾ ਦੇਖਣ ਦੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਆਪਣਾ ਬਿਰਦ ਸਮਾਲੇ ਔਖੀ ਘੜੀ ਨਾ ਦੇਖਣ ਦੇ ਔਖੀ ਘੜੀ ਨਾ ਦੇਖਣ ਦੇ ਨਾ ਦੇਖਣ ਦੇ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਵਾਹਿਗੁਰੂ नाही तहम पीत जाए साईं मेरे चंगा कीता नाही तहम पीत जाए साईं
आहे बुलंदड़ी बुझ गई रखंदड़ो प्रभया जिन उपाई मेदनी मेदनी जिन उपाई मेदनी नानक सो प्रभ जात साईं मेरे चंगा कीता नहीं भगत जाया है नहीं हम पीत जाए साईं साईं मेरे चंगा कीता नहीं हम पीत जाया साईं मेरे चंगा कीता नहीं हम पीत जाया साईं मेरे चंगा कीता साईं साईं मेरे चंगा कीता साईं साईं मेरे चंगा कीता नहीं हम पीत जाया साईं मेरे चंगा कीता नहीं हम पीत जाया साईं मेरे चंगा कीता साईं मेरे चंगा कीता साईं मेरे चंगा कीता ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਪਾਵਨ ਪਵਿੱਤਰ ਅਸਥਾਨ ਤੋਂ ਜੁੜ ਬੈਠ ਕੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਨੰਨ ਸਿੱਖ ਜਿੱਥੋਂ ਸਤਿਗੁਰੂ ਜੀ ਦਾ ਇਹ ਉਪਦੇਸ਼ ਸ਼ੁਰੂ ਹੁੰਦਾ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਬ੍ਰਹਮ ਗਿਆਨੀ ਧੰਨ ਧੰਨ ਭਾਈ ਲਾਲੋ ਸਾਹਿਬ ਜੀ, ਇਹਨਾਂ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਆਪਾਂ ਸਾਰੇ ਗੁਰੂ ਕੀ ਸੰਗਤ ਰੂਪ ਵਿੱਚ ਜੁੜ ਬੈਠ ਕੇ ਬੜੀ ਸ਼ਰਧਾ ਪ੍ਰੇਮ ਸਤਿਕਾਰ ਦੇ ਨਾਲ ਭਾਵਨਾ ਦੇ ਨਾਲ ਉਹਨਾਂ ਮਹਾਂਪੁਰਸ਼ਾਂ ਨੂੰ ਯਾਦ ਕਰ ਰਹੇ ਹਾਂ ਔਰ ਆਪਣੀਆਂ ਕਿਰਤ ਕਮਾਈਆਂ ਨੂੰ ਵੀ ਸਫਲ ਕਰ ਰਹੇ ਹਾਂ, ਕਿਉਂਕਿ ਪਹਿਲੀ ਧਰਮਸਾਲ ਭਾਈ ਲਾਲੋ ਸਾਹਿਬ ਜੀ ਦਾ ਘਰ ਬਣੀ, ਪਹਿਲਾ ਗੁਰਦੁਆਰਾ ਭਾਈ ਲਾਲੋ ਸਾਹਿਬ ਜੀ ਦਾ ਘਰ ਬਣਿਆ। ਤੇ ਜਦੋਂ ਸਤਿਗੁਰਾਂ ਨੇ ਆਪਣੀ ਪਹਿਲੀ ਫੇਰੀ ਦੌਰਾਨ ਆ ਕੁੰਡਾ ਖੜਕਾਇਆ ਕਿ ਭਾਈ ਜੀ ਅੰਦਰ ਕਿਉਂ ਵੜ ਬੈਠੇ ਹੋ, ਤੇ ਉਦੋਂ ਸ਼ਾਇਦ ਇਹੀ ਉਪਦੇਸ਼ ਸੀ, ਬਾਬਾ ਕਿਜ ਨਾ ਬੁਝੈ ਕਿਜ ਨਾ ਸੁਝੈ, ਦੁਨੀਆ ਗੁੱਝੀ ਪਾਹੇ ਇਹ ਦੁਨੀਆ ਗੁੱਝੀ ਅੱਗ ਹੈ। ਇੱਥੇ ਜਾਤ ਦੇ ਅਭਿਮਾਨੀ ਵੀ ਬਹੁਤ ਨੇ, ਇੱਥੇ ਲੁਟੇਰੇ ਚੋਰ ਉਚੱਕੇ ਵੀ ਬਹੁਤ ਨੇ। ਇਸ ਕਰਕੇ ਮੈਂ ਆਪ ਜੀ ਦੀ ਬਖਸ਼ਿਸ਼ ਕੀਤੀ ਹੋਈ ਕਿਰਤ ਨਾਲ ਜੁੜ ਕੇ ਆਪਣੇ ਮਨ ਦੀ ਇਕਾਗਰਤਾ ਅਨੁਸਾਰ ਉਸ ਅਕਾਲ ਪੁਰਖ ਪ੍ਰਭੂ ਦੀ ਯਾਦ ਵਿੱਚ ਜੁੜਿਆ ਹਾਂ। ਐਸੇ ਮਹਾਂਪੁਰਖਾਂ ਨੂੰ ਸਾਡਾ ਧੰਨਕੋਟ ਸਤਿਕਾਰ, ਬਹੁਤ ਚੰਗਾ ਉਪਰਾਲਾ। ਆਪ ਗੁਰੂ ਦੀਆਂ ਪਿਆਰੀਆਂ ਦੁਲਾਰੀਆਂ ਸਿੱਖ ਸੰਗਤਾਂ ਹਰ ਸਾਲ ਜੁੜ ਬੈਠਦੇ ਹੋ। ਸਤਿਗੁਰੂ ਜੀ ਮਿਹਰ ਬਖਸ਼ਿਸ਼ ਕਰਨ, ਸਾਨੂੰ ਸ਼ਬਦ ਦਾ ਓਟ ਆਸਰਾ ਬਖਸ਼ਿਸ਼ ਕਰਕੇ, ਆਪਣੇ ਚਰਨਾਂ ਕਮਲਾਂ ਦਾ ਓਟ ਆਸਰਾ ਬਖਸ਼ਿਸ਼ ਕਰਕੇ, ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਦਰੀ ਨਦਰ ਨਿਹਾਲ ਕਰਨ। ਮਹਾਂਪੁਰਖਾਂ ਦੇ ਨਾਮ ਤੇ ਬਣੀ ਸੰਸਥਾ ਦੇ ਪ੍ਰਧਾਨ
डॉक्टर सतविंदर सिंह जी भंवरा और जनरल सकत्तर सरदार करम सिंह बबरा और नाल ही साडे बहुत सम्मान सत्कार जो सरदार मनजीत सिंह जी मान जो धार्मिक समागमां विच धार्मिक समागमां दी रूप रेखा विच वध चढ़ के हिस्सा लेंदे ने उन्होंने नवाजिया है। आप गुरु की संगतां ने नवाजिया है। अज शब्द गुरबाणी कीर्तन द्वारा आप जी की सेवा करन दा सपाक समा प्राप्त होया। आप जी ने असीसां बख्शिश करनियां, इस तरह सतगुरु जी सेवा लेंदे रहन। आप गुरु की प्यारियां दुलारियां सिख संगतां दे दर्शन दिदारे हुंदे रहन, ताकि ये जो मनुखा देही बख्शिश की है ये सतगुरु जी के शब्द नाल जुड़ के भाई परापत मानुख दे हुरिया गोबिंद मिलन की यह तेरी बरिया अवर काज तेरा कित न काम मिल साध संगत भज केवल नाम लेखै कत है न छूटी है खिन खिन पूलन हार बख्शन हार बख्श लै नानक पार उतार। आप जी के दर्शन दिदारे करदे सहब जी अगाध बोध हर जस गुरबाणी का कीर्तन गैन करदे सच्चे पातशाह श्री गुरु ग्रंथ साहिब महाराज जी की पावन पवित्र हाजरी हजूरी अंदर विचरदिया हुई बेअंत 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 भुलां गलतियां आप जी ने खिमा बख्शिश करनियां। आओ हुण आनंद साहिब जी की बाणी के पाठ नाल जुड़िए। उपरंत अरदास मेरी माए सतगुरु मैं पाया सतगुरु का पाया सहज सिद्धि मनुष्या बनाए राग रतन बरबाद करिया शब्द गणिया शब्दो तंगा हरि तेरा मन जिंदगी बसाए जय नाथ गुरु सतगुरु मैं पाया ये मन मेरा तू सदा रहो हरना रहो तू मन मेरे सब सारा अंगीकार तो करे तेरा कार्य सब सवारना सब नाटना सुनत स्वामी सुख मनो विसारे कहना मन मेरे सदा रहो हरना साथे साहिबा क्या नहीं करते करता तेरे सब है जिसने सुपा सदा सिख सदा तेरी नाम मन रसाए नाम जितने मन बसया बाजे शब्द कलेरे कहना सच्चे साथ क्या नहीं करते है सच नाम मेरा साथ नाम मेरा तार मेरा दिल सब गवाया कर शाम सुख मन से अग्नि सब गुनाया सदा कुर्बान पिता गुरु जिस दिया रहे बटियाना कहना सुनो संतो शब्द करो प्यारो सच नाम मेरा दारो वाली पंच शब्द कर सपाटे शब्द वाली तलाश करता पंच तूत भगवा श्री ने तार कंठ मारया कर्म पाया दिन को से नाम के लागे कहना इसको हरिया दवाए अनंत सुनो बड़ भागी हो सगल मनोरथ पूरे पार कहीं प्रभ पाया तेरे सगल दुख रोग संताप तेरे सुनी सुनी गान संत साधन मैं सच्चे थोड़े बच्चे गान सुनते पुनीत कहते पवित्र सतगुर रहया भरपूरे बिनवंत नानक गुरु चरण दास बाजे श्लोक कौन गुरु पाणी पिता माता तत महत दिवस रात दाई दाया खिलै सगल जगत चंगियाइयां बुराइयां अच्छे धर्म दूर करमी आपो अपनी के नेड़े के दूर जिनी नाम ते आया गए मसकत कहा नानक ते मुख उजले केती शुद्धि जिनी नाम ते आया गए मशक्कत काल नानक ते मुख उजले
ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮ ਤੇ ਹੋਏ ਸੋ ਆਗਿਆ ਕਰ, ਤੁਮਰੀ ਗਤ ਮਿਤ ਤੁਮ ਹੀ ਜਾਨ। ਨਾਨਕ ਦਾਸ ਸਦਾ ਕੁਰਬਾਨ, ਤੁਧ ਆਗੇ ਅਰਦਾਸ ਹਮਾਰੀ। ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੁਖ ਦਾਤਾ ਭੈ ਭੰਜਨੋ, ਤਿਸ ਆਗੇ ਕਰ ਅਰਦਾਸ। ਮੇਰ ਕਰੇ ਜਿਸ ਮਿਹਰਬਾਨ, ਤਾ ਕਾਰਜ ਆਵੈ ਰਾਸ। ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਈ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸੈ ਹੋਈ ਸਹਾਈ। ਅਰਜਨ ਹਰਿ ਗੋਬਿੰਦਨੋ, ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਤ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ, ਕਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ। ਖਾਲਸਾ ਸਾਹਿਬ ਬੋਲੋ ਜੀ। ਪੰਜਾਂ ਪਿਆਰਿਆਂ ਚਵਾਂ ਸਾਹਿਬਜ਼ਾਦਿਆਂ, 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ। ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ। ਖਾਲਸਾ ਸਾਹਿਬ ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੈ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ। ਦੇਖ ਕੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਗੁੰਗੇ, ਜੁਗੋ ਜੁਗ ਅਟਲ। ਧਰਮ ਕਾ ਜੈਕਾਰ। ਖਾਲਸਾ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਇਹ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੀ ਹਜ਼ੂਰੀ 'ਚ ਅਰਦਾਸ ਬੇਨਤੀ ਹੈ। ਆਪ ਜੀ ਦੇ ਪਰਮ ਵਾਕ ਹਨ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ ਦੇ ਮਹਾਵਾਕ ਅਨੁਸਾਰ, ਜਗਤ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅਨੰਨ ਸੇਵਕ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ
ਗੁਰਤਾ ਗੱਦੀ ਸੰਬੰਧ ਵਿੱਚ ਸਤਿਗੁਰੂ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਰਬੱਤ ਸੰਗਤ ਦੇ ਸਹਿਯੋਗ ਦੇ ਨਾਲ ਆਪ ਜੀ ਦੀ ਹਜ਼ੂਰੀ 'ਚ ਅੰਮ੍ਰਿਤ ਵੇਲੇ ਤੋਂ ਵਿਸ਼ੇਸ਼ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਸ਼ਬਦ ਕੀਰਤਨ, ਗੁਰੂ ਇਤਿਹਾਸ ਦੀ ਕਥਾ ਵਿਚਾਰ, 6 ਪੌੜੀਆਂ, ਆਨੰਦ ਸਾਹਿਬ ਜੀ ਦੀ ਅਰਦਾਸ, ਸਮੁੱਚੀ ਸੇਵਾ ਨਿਭਾਉਂਦਿਆਂ ਹੋਇਆਂ ਆਪ ਜੀ ਦੇ ਦਸਰਿਆਂ ਪਾਸੋਂ ਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣਾ ਜੀ। ਪੜੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ। ਦਰ ਆਈ ਸੰਗਤ ਦੀ ਹਾਜ਼ਰੀ ਦਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ। ਦਰੋਂ ਦਰੋਂ ਨਾਮਦਾਨ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ। ਸਤਿਗੁਰੂ ਸਰਬੱਤ ਸੰਗਤ ਨੂੰ ਦੇ ਅਰੋਗਤਾ ਤੰਦਰੁਸਤੀਆਂ ਦੀ ਦਾਤ ਬਖਸ਼ਣਾ। ਸਰਬੱਤ ਦੇ ਪਰਿਵਾਰਾਂ 'ਚ ਸੁਖ ਵਰਤਾਉਣਾ। ਦੇਸਾਂ ਪ੍ਰਦੇਸਾਂ 'ਚ ਸਹਾਈ ਹੋਣਾ। ਆਉਣ ਵਾਲਾ ਸਮਾਂ ਸੁੱਖਾਂ ਸਹਿਤ ਬਤੀਤ ਕਰਵਾਉਣਾ। ਆਪ ਜੀ ਦੇ ਦਰ ਦੇ ਸੇਵਕ ਸਰਦਾਰ ਤਰਜੀਤ ਸਿੰਘ ਰੈਤ, ਸਰਦਾਰ ਭੁਪਿੰਦਰ ਸਿੰਘ ਮੁੱਦੜ, ਸਰਦਾਰ ਨਰਿੰਦਰ ਸਿੰਘ ਸੰਧੂ, ਸਰਦਾਰ ਪ੍ਰਦੀਪ ਸਿੰਘ ਭਾਰਤ, ਸਰਦਾਰ ਬਲਵਿੰਦਰ ਸਿੰਘ ਹੁੰਜਣ, ਸਰਦਾਰ ਗੁਰਮੀਤ ਸਿੰਘ ਸਿਆਣ, ਸਰਦਾਰ ਕੁਲਵਿੰਦਰ ਸਿੰਘ ਸੋਖੀ, ਸਰਦਾਰ ਮੇਜਰ ਸਿੰਘ ਭੁੱਲਰ, ਸਰਦਾਰ ਬਲਵੀਰ ਸਿੰਘ ਭਮਰਾ, ਸਰਦਾਰ ਪਵਿੱਤਰ ਸਿੰਘ ਵਿਰਦੀ, ਸਰਦਾਰ ਜੋਗਿੰਦਰ ਸਿੰਘ ਮਟਾੜੂ, ਸਰਦਾਰ ਮਹਿਲ ਸਿੰਘ ਭੁੱਲਰ। ਸਤਿਗੁਰੂ ਸੇਵਕ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਵਾਸਤੇ ਬੇਅੰਤ ਮਾਇਆ ਦੁਆਰਾ ਸੇਵਾ ਕੀਤੀ ਹੈ। ਸਤਿਗੁਰੂ ਜਿਸ ਮਨੋ ਭਾਵਨਾ ਕਰਕੇ ਸੇਵਾ ਕੀਤੀ ਹੈ, ਮਨੋ ਭਾਵਨਾਵਾਂ ਪੂਰਨ ਕਰਨਾ, ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਆਪ ਜੀ ਦੇ ਦਰ ਦੇ ਸੇਵਕ ਸਰਦਾਰ ਸਤਵਿੰਦਰ ਸਿੰਘ ਭਮਰਾ ਸਮੂਹ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਵਾਸਤੇ ਬੇਅੰਤ ਮਾਇਆ ਦੀ ਸੇਵਾ ਕੀਤੀ ਹੈ। ਸਰਦਾਰ ਗੁਰਪ੍ਰੀਤ ਸਿੰਘ ਸਮੂਹ ਪਰਿਵਾਰ ਵੱਲੋਂ ਕਾਰੋਬਾਰ ਦੀ ਸਫਲਤਾ ਲਈ ਅਰਦਾਸ ਬੇਨਤੀ। ਸਰਦਾਰ ਦਵਿੰਦਰ ਸਿੰਘ ਨੰਨੜਾ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ। ਸਰਦਾਰ ਗੁਰਚਰਨ ਸਿੰਘ ਭਮਰਾ ਸੇਵਕ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਾਈ ਹੈ। ਇਸਤਰੀ ਸਾਸਨ ਸਭਾ ਵੱਲੋਂ ਬੇਅੰਤ ਮਾਇਆ ਹਾਜ਼ਰ ਕਰਾਈ ਹੈ। ਸਤਿਗੁਰੂ ਸਮੂਹ ਇਸਤਰੀ ਸਾਸਨ ਸਭਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦੇ ਅਰੋਗਤਾ ਤੰਦਰੁਸਤੀਆਂ ਦੀ ਦਾਤ ਬਖਸ਼ਣਾ, ਆਉਣ ਵਾਲਾ ਸਮਾਂ ਸੁੱਖਾਂ ਸਹਿਤ ਬਤੀਤ ਕਰਵਾਉਣਾ। ਭਾਈ ਲਾਲੋ ਬੈਂਕ ਮੋਹਾਲੀ ਵੱਲੋਂ ਗੁਰੂ ਕੇ ਲੰਗਰਾਂ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਾਈ ਹੈ। ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਆਪ ਦੇ ਦਰ ਦੇ ਸੇਵਕ ਸਰਦਾਰ ਕਰਮ ਸਿੰਘ ਬੱਬਰਾ ਸਮੂਹ ਪਰਿਵਾਰ ਵੱਲੋਂ ਕੀਤੀ ਗਈ। ਸਤਿਗੁਰੂ ਸੇਵਕ ਪਰਿਵਾਰ ਦੇ ਲੋਕ ਪਰਲੋਕ ਵਿੱਚ ਪੜ੍ਹਦੇ ਕੱਜਣਾ ਸਰਦਾਰ ਸੁਰਿੰਦਰ ਸਿੰਘ ਜੰਡੂ ਪਰਿਵਾਰ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ। ਸਰਦਾਰ ਤਰਸੇਮ ਸਿੰਘ ਖੋਖਰ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ। ਬੇਅੰਤ ਸੰਗਤਾਂ ਵੱਲੋਂ ਮਾਇਆ ਦੁਆਰਾ ਸਤਿਗੁਰੂ ਰਸਤਾਂ ਦੁਆਰਾ ਸੇਵਾ ਕੀਤੀ ਹੈ। ਜਿਸ ਮਨੋ ਭਾਵਨਾ ਕਰਕੇ ਸੇਵਾ ਕੀਤੀ ਹੈ, ਮਨੋ ਭਾਵਨਾਵਾਂ ਪੂਰਨ ਕਰਨਾ, ਆਉਣ ਵਾਲੇ ਸਮੇਂ ਦੀਆਂ ਖੁਸ਼ੀਆਂ ਬਖਸ਼ਣਾ, ਕਾਰੋਬਾਰਾਂ 'ਚ ਬਰਕਤਾਂ ਪਾਉਣੀਆਂ। ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਗੁਰੂ ਕੇ ਲੰਗਰ ਹਾਜ਼ਰਾਂ ਨੂੰ ਦਰ ਪ੍ਰਵਾਨ ਕਰੋ। ਪ੍ਰਵਾਨ ਹੋਇਆ ਪ੍ਰਸ਼ਾਦ ਲੰਗਰ ਗੁਰੂ ਕੀ ਸੰਗਤ ਵਿੱਚ ਵਰਤੇ ਜੋ ਜੀ ਛਕੇ। ਸਵਾਸ ਸਵਾਸ ਆਪ ਜੀ ਦਾ ਨਾਮ ਜਪੇ। ਕਰੋ ਕਿਰਪਾ ਆਈਆਂ ਸੰਗਤਾਂ ਨੂੰ ਹੁਕਮਨਾਮੇ ਬਖਸ਼ਿਸ਼ ਕਰਕੇ ਕਿਰਤਾਰਥ ਕਰੋ। ਆਪ ਜੀ ਦੇ ਦਰ ਤੇ ਜੋ ਜੀ ਆਈ ਸੋ ਰਾਜੀ ਜਾਏ। ਸੁਖ ਹੋਵੇ ਨਾਮ ਤੇ ਧਾਵੈ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਕੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ। ਆਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲੈਂਗੇ ਮਟੇ ਸ਼ਰਨ ਜੋ। ਖੁਆਰ ਹੋਏ ਸਭ ਮਿਲੈਂਗੇ ਮਟੇ ਸ਼ਰਨ ਜੋ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੋਹਾਲੀ ਰਾਮਗੜ੍ਹੀਆ ਸਭਾ ਡਾਕਟਰ ਸਤਿੰਦਰ ਸਿੰਘ ਭਮਰਾ ਜੀ ਜਿਹੜੇ ਸਾਡੇ ਇਸ ਸਭਾ ਦੇ ਪ੍ਰਧਾਨ ਆ, ਉਹਨਾਂ ਦੇ ਪ੍ਰਧਾਨਗੀ ਅਧੀਨ ਸਮੁੱਚੀ ਸਾਡੀ ਪ੍ਰਬੰਧਕ ਕਮੇਟੀ ਦੇ ਸਾਡੇ ਭਾਈਚਾਰੇ ਨੇ ਇੱਕ ਬੜਾ ਵੱਡਾ ਯਤਨ ਕੀਤਾ ਆ, ਜਿਸ 'ਚ ਬ੍ਰਹਮ ਗਿਆਨੀ ਭਾਈ ਲਾਲੋ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਅਨੰਦ ਸੇਵਕ, ਉਹਨਾਂ ਦੇ ਜਨਮ ਦਿਹਾੜੇ ਨੂੰ ਅੱਜ ਮਨਾਉਣ ਲਈ ਸੰਗਤਾਂ 'ਚ ਕੀਰਤਨ ਜਸ ਕਰਦਿਆਂ ਆ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਤੋਂ ਰਾਗੀ ਸਾਹਿਬਾਨ ਭਾਈ ਕੱਸਾ ਭਾਈ ਕੁਲਦੀਪ ਸਿੰਘ ਜੀ ਅਤੇ ਹੋਰ ਕਥਾਵਾਚਕ ਹਾਜ਼ਰੀਆਂ ਭਰ ਕੇ ਅੱਜ ਦੇ ਇਸ ਪਵਿੱਤਰ ਦਿਹਾੜੇ ਨੂੰ ਅਸੀਂ ਮਨਾਉਣਾ ਕਰ ਰਹੇ ਹਾਂ। ਜਿਹੜੇ ਕੁਝ ਸਿੱਖਿਆ ਲੈਣੀ ਆ ਕਿ ਕਿਵੇਂ ਇੱਕ ਕਮਾਈ, ਇੱਕ ਜਿਹੜੀ ਆ ਨੇਕ ਕਮਾਈ, ਇੱਕ ਮਿਹਨਤ ਵਾਲੀ ਕਮਾਈ ਜਿਹੜੀ ਆ ਉਹ ਕਿਸ ਤਰ੍ਹਾਂ ਕੀਤੀ ਜਾਂਦੀ ਆ, ਉਹਦਾ ਫਲ ਕੀ ਮਿਲਦਾ ਆ ਔਰ ਉਹਨੂੰ ਵਰਤਣਾ ਕਿਵੇਂ ਆ, ਉਹਦੇ ਦਸਵੰਧ ਕਿਸ ਤਰ੍ਹਾਂ ਕਰਨੇ ਆ, ਉਹਨੂੰ ਸਮਾਜ ਵਿੱਚ ਕਿਵੇਂ ਵੰਡਣਾ, ਉਹਨੂੰ ਸਮਾਜ ਦੇ ਹਰ ਤਬਕੇ ਦੇ ਵਿੱਚ ਸਾਂਝੀਵਾਲਤਾ ਕਿਵੇਂ ਬਣਾਉਣੀਆਂ, ਇਹ ਸਾਰਾ ਕੁਝ ਅਸੀਂ ਅੱਜ ਕਰਨ ਦਾ ਯਤਨ ਕਰਾਂਗੇ। ਔਰ ਮੈਂ ਆਪਣੀ ਸਮੁੱਚੀ ਪੰਜਾਬ, ਦੇਸ਼ ਵਿਦੇਸ਼ ਤੇ ਬਾਹਰ ਔਰ ਇੱਥੋਂ ਦੇ ਜਿੰਨੇ ਸਮੁੱਚੇ ਵਸਨੀਕ ਨੇ ਸਾਡੇ ਭਾਈਚਾਰੇ ਦੇ, ਇਸ ਦਿਨ ਦੀਆਂ ਸ਼ੁਭ ਕਾਮਨਾਵਾਂ ਪੇਸ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਮੈਂਬਰਾਂ ਅਨਮਿਊਟ ਚੈਨਲ ਜੋ ਕਿ ਇੱਕ YouTube ਚੈਨਲ ਹੈ, ਉਹਨਾਂ ਦੀ ਜੋ ਸੇਵਾ ਹੈ ਉਹਨਾਂ ਪ੍ਰਤੀ ਬਹੁਤ ਪ੍ਰਸੰਨ ਹਾਂ। ਸਪੈਸ਼ਲੀ ਜਿਹੜਾ ਉਹਨਾਂ ਨੇ ਭਾਈ ਲਾਲੋ ਡੇ ਕਵਰ ਕਰਨ ਦਾ ਯਤਨ ਕੀਤਾ ਹੈ। ਭਾਈ ਲਾਲੋ ਡੇ ਵਾਲੇ ਦਿਨ ਅਸੀਂ ਅੱਜ ਸਾਰੇ ਜਾਣੇ ਮੁਹਾਲੀ ਇਕੱਠੇ ਹੋਏ ਹਾਂ। ਭਮਰਾ ਸਾਹਿਬ, ਡਾਕਟਰ ਭਮਰਾ ਜੀ ਨੇ ਬਹੁਤ ਜ਼ੋਰਾਂ ਸ਼ੋਰਾਂ 'ਚ ਇਹ ਸੈਲੀਬ੍ਰੇਸ਼ਨਸ ਕੀਤੀਆਂ ਹਨ, ਜਿਹਦੇ 'ਚ ਕਾਫੀ ਕੁਛ ਅਨਾਊਂਸਮੈਂਟਸ ਹੋਈਆਂ ਹਨ। ਵਿਆਹ, ਬਲਾਈਂਡ ਕੁਛ ਬੱਚਿਆਂ ਦੇ ਵਿਆਹ ਹੋ ਰਹੇ ਨੇ, ਕੁਛ ਮੈਡੀਸਿਨਸ ਡਿਸਟਰੀਬਿਊਟ ਕੀਤੀਆਂ ਗਈਆਂ ਨੇ। ਅਤੇ ਮੁਹਾਲੀ ਜਿਹੜੀ ਇਹ ਸੰਸਥਾ ਹੈ ਰਾਮਗੜ੍ਹੀਆ ਸਭਾ, ਇਹਨਾਂ ਦਾ ਬਹੁਤ ਸੰਯੋਗ ਆ, ਨਾਟ ਓਨਲੀ ਫॉर ਰਾਮਗੜ੍ਹੀਆ ਕਮਿਊਨਿਟੀ ਬਟ ਫॉर ਜਨਰਲ। ਡਾਕਟਰ ਭਮਰਾ ਜੀ ਨੇ ਪਿਛਲੇ 3 ਸਾਲ ਦੀ ਟੈਨਿਓਰ ਦੇ ਵਿੱਚ ਬਹੁਤ ਕੰਮ ਕੀਤਾ ਆ। ਅਸੀਂ ਚੰਡੀਗੜ੍ਹ ਰਾਮਗੜ੍ਹੀਆ ਸਭਾ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਂਡ ਸਪੈਸ਼ਲੀ ਥੈਂਕਸ ਕਰਦੇ ਇਹਨਾਂ ਦਾ ਸਾਨੂੰ ਇੱਥੇ ਬੁਲਾਉਣ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੋਂ ਮੈਂ ਚੈਨਲ ਵਾਲਿਆਂ ਨੂੰ ਬਹੁਤ ਵਧਾਈ ਦਿੰਦਾ ਹਾਂ ਜੋ ਤੁਸੀਂ ਇਹ ਸਾਰਾ ਅੱਜ ਦਾ ਪ੍ਰੋਗਰਾਮ ਕਵਰ ਕਰ ਰਹੇ ਹੋ। ਅਤੇ ਤੁਸੀਂ ਬੜੀ ਖੁਸ਼ੀ ਦੀ ਗੱਲ ਹੈ ਕਿ ਭਾਈ ਲਾਲੋ ਜੀ ਦੇ ਜਨਮ ਦਿਨ 'ਤੇ ਇਹ ਵੱਡੇ ਕਾਰਜ ਇੱਥੇ ਹੋਏ ਹਨ। ਇੱਥੇ ਮੈਂ ਡਾਕਟਰ ਸਤਵਿੰਦਰ ਸਿੰਘ ਭਮਰਾ ਜੋ ਕਿ ਇੱਥੇ ਦੇ ਪ੍ਰੈਜ਼ੀਡੈਂਟ ਰਹੇ ਆ ਫॉर ਲਾਸਟ 3-4 ਇਅਰਸ, ਇਹਨਾਂ ਨੇ ਬੜੇ ਕੰਮ ਕਰਾਏ ਹਨ। ਸਕੂਲ ਦੀ ਬਿਲਡਿੰਗ ਦੇ ਵਿੱਚ ਵੀ ਕੰਟਰੀਬਿਊਸ਼ਨ ਬਹੁਤ ਕੀਤੀ ਹੈ। ਇਸੇ ਤਰ੍ਹਾਂ ਮੇਰਾ ਭਤੀਜਾ ਹੈ ਹਰਚਰਨ ਸਿੰਘ ਰਣੌਟਾ, ਇਹਨੇ ਵੀ ਬਹੁਤ ਕੰਮ ਕਰਾਏ ਹਨ। ਫ੍ਰੀ ਮਿਸਨਰੀ ਵਿੱਚ ਵੀ ਬਹੁਤ ਅੱਗੇ ਗਿਆ ਹੈ, ਗ੍ਰੈਂਡ ਮਾਸਟਰ ਤੱਕ ਗਿਆ। ਅਤੇ ਆਪਣੇ ਭਮਰਾ ਸਾਹਿਬ ਅਸੀਂ ਸਾਰੇ ਜਾਣੇ ਇਸੇ ਸੰਸਥਾ ਦੇ ਮੈਂਬਰ ਹਾਂ। ਅਤੇ ਅਸੀਂ ਖੁਸ਼ੀ ਬਹੁਤ ਜ਼ਿਆਦਾ ਹੈ ਕਿ ਵੀ ਇਸ ਮੌਕੇ 'ਤੇ ਤੁਸੀਂ ਸਾਰੇ ਚੈਨਲ ਵਾਲੇ ਆ ਕੇ ਇਹ ਚੀਜ਼ਾਂ ਕਵਰ ਕਰਦੇ ਆ। ਅਤੇ ਭਾਈ ਗੁਰੂ ਨਾਨਕ ਦੇਵ ਜੀ ਨੇ ਵੀ ਭਾਈ ਲਾਲੋ ਜੀ ਨੂੰ ਜੋ ਲੱਭਿਆ ਸੀ, ਉਸ ਵੇਲੇ ਉਹਨਾਂ ਦੀ 7 ਦਫਾ ਆਉਂਦੀ ਹੈ ਬਾਣੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਉਹ ਵੀ ਬਹੁਤ ਬੜੀ ਚੀਜ਼ ਹੈ ਕਿ ਅਸੀਂ ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਸਾਰਿਆਂ ਨੂੰ ਮੁਬਾਰਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮੁਬਾਰਕ ਦਿਨ ਦੀ ਤੁਹਾਨੂੰ ਸਾਰਿਆਂ ਨੂੰ, ਸਾਰੀ ਸਿੱਖ ਜਗਤ ਨੂੰ, ਸਾਰੇ ਸਿੱਖ ਜਗਤ ਨੂੰ ਬਹੁਤ ਬਹੁਤ ਮੁਬਾਰਕਾਂ। ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸਾਡਾ ਭਵਨ ਮੋਹਾਲੀ ਦਾ ਮਨਾ ਰਿਹਾ ਹੈ। ਇਹਦੇ ਵਿੱਚ ਜਿਹੜੀ ਸੰਗਤ ਦੀ ਹਾਜ਼ਰੀ ਲੱਗੀ ਹੈ ਉਹਨਾਂ ਦਾ ਮੈਂ ਬਹੁਤ ਅਤੀ ਧੰਨਵਾਦੀ ਹਾਂ ਕਿ ਤੁਸੀਂ ਆਣ ਕੇ ਇੱਥੇ ਗੁਰੂ ਦੀ ਬਖਸ਼ਿਸ਼ ਵੀ ਲਈ ਹੈ। ਅਤੇ ਜਿਹੜੇ ਨਹੀਂ ਆ ਸਕੇ ਉਹਨਾਂ ਨੂੰ ਮੈਂ ਇਹ ਬੇਨਤੀ ਕਰਦਾ ਹਾਂ ਕਿ ਅਗਲੇ ਸਾਲ ਇਹ ਫੇਰ ਪ੍ਰੋਗਰਾਮ ਹੋਣਾ ਸਾਡੇ ਇੱਥੇ ਭਵਨ 'ਚ, ਅਤੇ ਤੁਸੀਂ ਅਗਲੇ ਸਾਲ ਜ਼ਰੂਰ ਆਇਓ। ਭਾਈ ਲਾਲੋ ਜੀ ਦਾ ਜਿਹੜਾ ਆਦੇਸ਼ ਜਾਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਆਦੇਸ਼ ਸੀ ਉਹ ਹੈਗਾ ਸੀ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ, ਜਿਹਦੇ 'ਤੇ ਸਿੱਖੀਜ਼ਮ ਦਾ ਬੇਸਿਸ ਹੈ। ਆਪਾਂ ਸਾਰੇ ਜਿੰਨੇ ਵੀ ਹੈਗੇ ਆ ਸਿੱਖ, ਇਸ ਪਾਸੇ ਅਸੀਂ ਤੁਰੇ ਹੋਏ ਹਾਂ
ਇਸ ਕਰਕੇ ਥਾਂ ਥਾਂ 'ਤੇ ਤੁਸੀਂ ਦੇਖੋਗੇ ਕਿ ਸਿੱਖਾਂ ਦੀ ਜਿਹੜਾ ਨਾਮ ਹੈਗਾ ਅੱਜ ਦੀ ਡੇਟ ਵਿੱਚ, ਜਿੱਦਾਂ ਪਿੱਛੇ ਜੋ ਕਰੋਨਾ ਮਹਾਮਾਰੀ ਵੀ ਆਈ ਹੈ, ਹਾਲੇ ਵੀ ਚੱਲ ਰਹੀ ਹੈ, ਉਹਦੇ ਵਿੱਚ ਵੀ ਜੋ ਸਿੱਖਾਂ ਨੇ ਆਪਣਾ ਯੋਗਦਾਨ ਕੀਤਾ ਹੈ, ਉਹ ਬਹੁਤ ਵੱਡਾ ਹਰ ਇੱਕ ਸਿੱਖ ਨੇ ਉਪਰਾਲਾ ਕੀਤਾ ਹੈ। ਦੁਨੀਆ ਦੇ ਹਰ ਇੱਕ ਕੋਨੇ ਵਿੱਚ ਸਿੱਖਾਂ ਨੇ ਲੰਗਰ ਵੀ ਲਾਏ ਹੈ, ਦਵਾਈਆਂ ਦਿੱਤੀਆਂ, ਵੈਕਸੀਨਸ ਲਵਾਈਆਂ, ਹੋਰ ਕਈ ਟਾਈਪ ਦੀਆਂ ਸੇਵਾਵਾਂ ਸਿੱਖਾਂ ਵੱਲੋਂ। ਇਹ ਇਸ ਕਰਕੇ ਹੈ ਕਿਉਂਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਬੱਚੇ ਹਾਂ, ਉਹਨਾਂ ਦੇ ਆਦੇਸ਼ ਦੇ ਉੱਤੇ ਅਸੀਂ ਤੁਰੇ ਹੋਏ ਹਾਂ। ਭਾਈ ਲਾਲੋ ਜੀ ਨੂੰ, ਗੁਰੂ ਨਾਨਕ ਦੇਵ ਜੀ ਭਾਈ ਲਾਲੋ ਜੀ ਦਾ ਜਿਹੜਾ ਘਰ ਸੀ, ਉਹਨੂੰ ਉਹ ਪਹਿਲਾ ਗੁਰਦੁਆਰਾ, ਅਸੀਂ ਇਹ ਸੋਚ ਸਕਦੇ ਹਾਂ ਕਿ ਪਹਿਲਾ ਗੁਰਦੁਆਰਾ ਭਾਈ ਲਾਲੋ ਜੀ ਦਾ ਘਰ ਸੀ। ਇਸ ਕਰਕੇ ਅਸੀਂ ਵੀ ਭਾਈ ਲਾਲੋ ਜੀ ਦੇ ਵੰਸ਼ ਵਿੱਚੋਂ ਹੀ, ਕਿਉਂਕਿ ਅਸੀਂ ਬਰਾਦਰੀ ਜਿਹੜੀ ਸਾਡੀ ਰਾਮਗੜੀਆ ਹੈ, ਜਿਹੜੇ ਕਿ ਤਰਖਾਣ ਵੀ ਅਤੇ ਹੋਰ ਵੀ ਹੁੰਦੇ ਆ। ਅਤੇ ਮੈਂ ਤੁਹਾਡਾ ਅਨਮਿਊਟ ਚੈਨਲ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਣ ਕੇ ਇੱਥੇ ਸਾਡੀ ਕਵਰੇਜ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ